ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬੇਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਾਛ ਜਬੈ ਘਾਇਲ ਕਰ ਡਾਰੇ। ਹਟੇ ਸਰਪ ਸਮਰਿਸ ਉਰ ਧਾਰੇ। ਪੌਰਖ ਧਰੁਵ ਕੋ ਸਹ ਨਾ ਸਕਾਈ। ਭਰੇ ਗਰਭ ਭੂਰੰ ਗਰ ਜਾਈ। ਜਾਛ ਜਬੈ ਘਾਇਲ ਕਰ ਡਾਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਪਿਆਰੀ ਗੁਰੂ ਰੂਪ ਸਾਧ ਸੰਗਤ ਜੀਓ, ਆਪ ਜੀ ਵੱਡਿਆਂ ਭਾਗਾਂ ਵਾਲੇ ਵਡਭਾਗੀ ਹੋ ਜੋ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਕੇ ਲਾਹਾ ਪ੍ਰਾਪਤ ਕਰ ਰਹੇ ਹੋ। ਗੁਰੂ ਸਾਹਿਬ ਜੀ ਦੀ ਤੁਰ ਕੀ ਬਾਣੀ ਸੋਧ ਦਰ ਰਹਿਰਾਸ ਸਾਹਿਬ ਦੇ ਜਾਪ ਆਪ ਸੰਗਤਾਂ ਨੇ ਸਰਵਣ ਕੀਤੇ ਹਨ। ਉਸ ਤੋਂ ਉਪਰੰਤ ਅਰਦਾਸ ਹੋਈ ਹੈ। ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਹੁਕਮਨਾਮੇ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਜੋ ਆਪਾਂ ਨਿਤਨੇਮ ਨਾਲ ਗੁਰੂ ਨਾਨਕ ਸਾਹਿਬ ਜੀ ਦੀ ਲੜੀਵਾਰ ਕਥਾ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਕਰ ਰਹੇ ਹਾਂ। ਹੁਣ ਉਸ ਕਥਾ ਦਾ ਸਮਾਂ ਹੋਇਆ ਹੈ। ਜਿਸ ਤਰ੍ਹਾਂ ਭਗਤ ਧਰੂ ਜੀ, ਜਿਨ੍ਹਾਂ ਦਾ ਪ੍ਰਸੰਗ ਗੁਰੂ ਨਾਨਕ ਸਾਹਿਬ ਜੀ ਭਾਈ ਮਰਦਾਨਾ ਜੀ ਨੂੰ ਸਰਵਣ ਕਰਾ ਰਹੇ ਹੈ। ਅਤੇ ਭਗਤ ਧਰੂ ਜੀ ਜੋ ਹੈ, ਜਿਨ੍ਹਾਂ ਨੇ 5 ਸਾਲ ਦੀ ਉਮਰ ਵਿੱਚ ਹੀ ਨਾਰਦ ਮੁਨੀ ਜੀ ਤੋਂ ਉਪਦੇਸ਼ ਲੈ ਕੇ
ਤੇ ਭਗਤੀ ਆਰੰਭ ਕੀਤੀ। ਨਾਰਦ ਮੁਨੀ ਜੀ ਦੇ ਧਰੂ ਭਗਤ ਜੀ ਦੇ ਪਿਤਾ ਪਾਸ ਆ ਗਏ ਤੇ ਕਹਿਣ ਲੱਗੇ ਵੀ ਰਾਜਨ, ਕੋਈ ਧਰਮ ਦਾ ਕੰਮ ਵਿਗੜ ਗਿਆ ਅੱਜ, ਜਾਂ ਅਰਥ ਪੈਸੇ ਧੇਲੇ ਦਾ ਕੰਮ ਵਿਗੜ ਗਿਆ ਹੈ, ਕਿਉਂਕਿ ਤੇਰਾ ਮੁੱਖ ਬੜਾ ਮੁਰਝਾਇਆ ਪਿਆ ਹੈ। ਸੁਣ ਕੇ ਨਾਰਦ ਮੁਨੀ ਜੀ ਤੋਂ ਉਤਾਨਪਾਦ ਰਾਜਾ ਕਹਿਣ ਲੱਗਾ ਵੀ ਮੁਨੀ ਜੀ ਵੇਖੋ, ਮੈਂ ਕੈਸਾ ਪਿਓ ਹਾਂ ਜਿਹੜਾ ਇਸਤਰੀ ਦੇ ਵਸ ਹੋਇਆ, ਕਾਮ ਦੇ ਅਧੀਨ ਹੋਇਆ, ਬਿਨਾਂ ਵਜ੍ਹਾ ਹੀ ਆਪਣੇ ਪੁੱਤਰ ਨੂੰ ਛੱਡ ਦਿੱਤਾ ਹੈ। ਜੋ 5 ਸਾਲ ਦਾ ਧਰੂ ਪੁੱਤਰ ਮੇਰਾ ਜੰਗਲਾਂ ਵਿੱਚ ਤਪ ਕਰਨ ਚਲਾ ਗਿਆ ਹੈ। ਉੱਥੇ ਤੇ ਬੜੀ ਠੰਡ ਵੀ ਹੈ, ਗਰਮੀ ਵੀ ਆਉਂਦੀ ਹੈ, ਤੇ ਉਹ ਭੁੱਖ ਲੱਗੇਗੀ, ਥਕਾਨ ਹੋਏਗੀ, ਬੜਾ ਤੰਗ ਪਰੇਸ਼ਾਨ ਹੋਏਗਾ। ਫਿਰ ਕੋਈ ਰਖਵਾਲੀ ਕਰਨ ਵਾਲਾ, ਰੱਖਿਆ ਕਰਨ ਵਾਲਾ ਰਖਵਾਲਾ ਨਹੀਂ ਹੈ, ਤੇ ਉੱਥੇ ਤੇ ਕੋਈ ਇਹਨੂੰ ਖਾ ਹੀ ਜਾਏਗਾ। ਉਹ ਤਪ ਕਰਨ ਵਾਸਤੇ ਮੇਰਾ ਪੁੱਤਰ ਚਲਿਆ ਗਿਆ ਹੈ, ਦੱਸੋ ਵੀ ਮੈਂ ਕੀ ਕਰਾਂ ਹੁਣ। ਨਾਰਦ ਮੁਨੀ ਜੀ ਨੇ ਕਿਹਾ ਵੀ ਵੇਖੋ ਰਾਜਾ ਜੀ, ਤੁਸੀਂ ਬਿਲਕੁਲ ਨਾ ਫਿਕਰ ਕਰੋ ਉਸ ਦਾ, ਉਹ ਤੁਹਾਡਾ ਪੁੱਤਰ ਦੇ ਬਹੁਤ ਮਹਾਨ ਤਪ ਕਰ ਆਏਗਾ। ਤੇ ਜਿੱਥੇ ਉਹ ਗਿਆ ਹੈ ਮਧੂਬਨ ਜੰਗਲ ਵਿੱਚ, ਤੇ ਪਰਮੇਸ਼ਰ ਦੇ ਈਸ਼ਰ ਸਾਰੇ ਵਸਦਾ ਹੈ, ਸਾਰੇ ਥਾਵਾਂ ਵਿੱਚ ਉਹ ਰੱਖਿਆ ਕਰੇਗਾ ਉਹਨਾਂ ਦੀ। ਤੇ ਉਹਨਾਂ ਨੂੰ ਤੁਸੀਂ ਤਪ ਕਰਨਾ, ਜਦੋਂ ਕਰਕੇ ਥੋੜ੍ਹੇ ਸਮੇਂ ਬਾਅਦ, ਭਾਵ ਕੁਝ ਮਹੀਨਿਆਂ ਬਾਅਦ ਆਉਣਗੇ, ਤੇ ਬਹੁਤ ਉਹਨਾਂ ਦਾ ਜਸ ਪ੍ਰਗਟ ਹੋਏਗਾ, ਤੁਹਾਡਾ ਵੀ ਹੋਏਗਾ। ਇੱਧਰ ਧਰੂ ਭਗਤ ਜੀ ਤਪ ਜਿਹੜਾ ਆਰੰਭ ਕਰ ਦਿੱਤਾ। ਪਹਿਲੇ ਮਹੀਨੇ ਜਦੋਂ ਤਪ ਸ਼ੁਰੂ ਕੀਤਾ ਤੇ ਪਹਿਲੇ ਦਿਨ ਕੁਝ ਨਹੀਂ ਛਕਿਆ, ਦੂਸਰੇ ਦਿਨ ਨਹੀਂ ਛਕਿਆ, ਤੀਸਰੇ ਦਿਨ ਜਾ ਕੇ ਫਲ ਛਕਦੇ। 1 ਮਹੀਨੇ ਵਿੱਚ ਐਵੇਂ ਹੀ ਉਹ ਫਲ ਛਕ ਕੇ ਟਾਈਮ ਪਾਸ ਕੀਤਾ, ਭਾਵ ਤੀਸਰੇ ਦਿਨ ਛਕਦੇ ਸਨ ਜਦੋਂ 1 ਦਿਨ ਛਕ ਲੈਂਦੇ ਸੀ। ਦੂਸਰਾ ਮਹੀਨਾ ਆਇਆ, ਸਾਗ ਪੱਤੇ ਘਾਹ ਆਦਿਕ ਖਾ ਕੇ ਸਮਾਂ ਗੁਜ਼ਾਰਨ ਲੱਗੇ। ਦੂਸਰਾ ਮਹੀਨਾ ਫਲ ਛੱਡ ਦਿੱਤੇ, ਕੱਲਾ ਘਾਹ ਹੀ ਖਾ ਕੇ ਤੇ ਉਹ ਪੱਤੇ ਖਾ ਕੇ ਟਾਈਮ ਪਾਸ ਕਰਦੇ ਆ, ਭੁੱਖ ਨੂੰ ਪੇਟ ਨੂੰ ਝੁਲਕਾ ਜਾ ਦੇ ਲੈਂਦੇ ਆ। ਤੀਸਰੇ ਮਹੀਨੇ ਕੱਲੇ ਸੁੱਕੇ ਪੱਤੇ ਖਾਣੇ ਸ਼ੁਰੂ ਕਰ ਦਿੱਤੇ ਤੇ ਨਾਮ ਸਿਮਰਦੇ ਆ। ਤੇ ਤੀਸਰੇ ਮਹੀਨੇ ਜਦੋਂ ਸੁੱਕੇ ਪੱਤੇ ਖਾਂਦੇ, ਉਹ ਵੀ ਰੋਜ਼ ਨਹੀਂ, 9ਵੇਂ ਦਿਨ ਜਾ ਕੇ, ਤੇ ਕਦੀ ਤੇ ਉਹ ਪਾਣੀ ਪੀ ਲੈਂਦੇ ਨਾਲ, ਜਾਂ ਇਕੱਲੇ ਪੱਤੇ ਖਾ ਲੈਂਦੇ ਆ। ਇਹ ਤੀਸਰਾ ਮਹੀਨਾ ਬਤੀਤ ਕੀਤਾ। ਜਦੋਂ ਚੌਥਾ ਮਹੀਨਾ ਆਇਆ, ਜਾਂ ਤੇ ਜਲ ਛਕਦੇ ਆ ਜਾਂ ਪੱਤੇ ਖਾਂਦੇ ਆ। ਕਦੋਂ 9ਵਾਂ ਤੋਂ ਵੀ 12ਵੇਂ ਦਿਨ ਕਰ ਦਿੱਤੇ ਆ। 12ਵੇਂ ਦਿਨ ਜਾ ਕੇ ਖਾਂਦੇ, ਫਿਰ 12 ਦਿਨ ਨਹੀਂ ਖਾਂਦੇ, ਫਿਰ 13ਵੇਂ ਦਿਨ ਜਾ ਕੇ ਛਕਦੇ। 5ਵੇਂ ਮਹੀਨੇ 'ਚ ਜਾ ਕੇ ਧਰੂ ਭਗਤ ਜੀ ਤੇ ਪੌਣ ਆਹਾਰੀ ਹੋ ਗਏ ਹੈ। ਨਾ ਸੁੱਕੇ ਪੱਤੇ, ਨਾ ਪਾਣੀ, ਸਿਰਫ ਹਵਾ ਦਾ ਹੀ ਭੋਜਨ ਛਕਦੇ। ਇਸ ਤਰ੍ਹਾਂ 5ਵੇਂ ਮਹੀਨੇ ਵਿੱਚ ਜਾ ਕੇ ਜਿਹੜੇ ਸਵਾਸਾਂ ਨੂੰ ਤੇ ਇੱਕੇ ਵਾਰ 'ਚ ਹੀ ਸਾਰਾ ਜਿੱਤ ਲਿਆ ਹੈ, ਕੰਟਰੋਲ ਕਰ ਲਏ, ਆਪਣੇ ਵੱਸ ਕਰ ਲਏ ਸਵਾਸ। ਤੇ ਰੁੱਖ ਦੀ ਨਿਆਈ, ਜਿਵੇਂ ਰੁੱਖ ਖੜਾ ਹੁੰਦਾ ਇੱਕ ਥਾਂ, ਹਿਲਦਾ ਜੁਲਦਾ ਨਹੀਂ ਹੈ, ਐਵੇਂ ਇੱਕ ਲੱਤ ਦੇ ਭਾਰ ਹੋ ਕੇ ਤੋਂ ਤਪ ਸ਼ੁਰੂ ਜਦੋਂ ਵੀ ਕਰਦੇ, ਇੱਦਾਂ ਹੀ ਕਰਦੇ ਸੀ। ਫਿਰ ਤੇ ਇੱਕ ਰਾਸੀ ਸ਼ੁਰੂ ਕਰ ਦਿੱਤਾ, ਕੋਈ ਭੋਜਨ ਨਹੀਂ, ਕੋਈ ਜਲ ਨਹੀਂ। ਇਸ ਐਸਾ ਤਪ ਦੇ ਕੇ ਜਿਹੜੀ ਧਰਤੀ ਡਾਵਾਂ ਡੋਲ ਹੋ ਗਈ। ਸਾਰੀ ਸ੍ਰਿਸ਼ਟੀ ਦੇ ਜਿੰਨੇ ਜੀਵ ਦੇਵਤਿਆਂ ਤੱਕ, ਉਹਨਾਂ ਨੂੰ ਸਵਾਸ ਆਉਣੇ ਔਖੇ ਹੋ ਗਏ, ਸਵਾਸ ਰੁਕ ਰੁਕ ਕੇ ਆਉਣੇ ਸ਼ੁਰੂ ਹੋ ਗਏ। ਜਦੋਂ ਸਵਾਸ ਰੁਕਣੇ ਸ਼ੁਰੂ ਹੋ ਗਏ ਤੇ ਦੇਵਤੇ ਨੇ ਇਕੱਠਿਆਂ ਹੋ ਕੇ ਭਗਵਾਨ ਵਿਸ਼ਨੂੰ ਪਾਸ ਗਏ। ਕਹਿੰਦੇ ਵੀ ਭਗਵਾਨ ਜੀ, ਇਹ ਕੀ ਹੋ ਗਿਆ ਹੈ? ਸ੍ਰਿਸ਼ਟੀ ਵਿੱਚ ਸਾਡੇ ਸਵਾਸ ਬੜੇ ਔਖੇ ਨਿਕਲ ਰਹੇ, ਸਾਹ ਤੇ ਆ ਹੀ ਨਹੀਂ ਰਹੇ, ਕੀ ਕਾਰਨ ਹੈ? ਉਸ ਵੇਲੇ ਦੱਸਿਆ ਵੀ ਸਾਡਾ ਇੱਕ ਬਾਲਕ ਅਵਸਥਾ ਵਿੱਚ ਛੋਟਾ ਜਿਹਾ ਭਗਤ ਹੈ, 5 ਸਾਲ ਦੀ ਉਮਰ 'ਚ, ਜਿਹਨੇ ਬੜਾ ਤਪ ਸਾਧਿਆ ਹੋਇਆ, ਹੱਠ ਕੀਤਾ ਹੋਇਆ ਬਾਲਕ ਉਮਰਾਂ ਵਿੱਚ।
ਤੇ ਉਹਨਾਂ ਨੇ ਇਹ ਭਾਰੀ ਕਮਾਈ ਕੀਤੀ ਹੋਈ ਹੈ, ਜਿਸ ਕਰਕੇ ਤੁਹਾਡੇ ਸਵਾਸ ਰੁਕ ਰਹੇ। ਹੁਣ ਮੈਂ ਉਹਨਾਂ ਪਾਸ ਜਾਵਾਂਗਾ, ਦਰਸ਼ਨ ਦਿਆਂਗਾ। ਜਿਹੜੇ ਸਵਾਸ ਸਾਰੀ ਸ੍ਰਿਸ਼ਟੀ ਦੇ ਔਖੇ ਆ ਰਹੇ ਹੈ, ਸਵਾਸ ਰੁਕ ਰਹੇ ਹੈ, ਉਹ ਸਾਰਿਆਂ ਦੇ ਠੀਕ ਹੋ ਜਾਣਗੇ। ਉਸੇ ਤਰ੍ਹਾਂ ਸ੍ਰਿਸ਼ਟੀ ਦੇ ਲੋਕ ਸੁੱਖ ਪਾਉਣਗੇ। ਮਤਾ ਕੋਈ ਭੈ ਕਰੋ, ਸਾਰੇ ਦੁੱਖ ਨਾਸ ਕਰ ਦੇਵਾਂਗੇ ਤੁਹਾਡੇ। ਫਿਰ ਭਗਵਾਨ ਜਿੱਥੇ ਧਰੂ ਭਗਤ ਮਧੂਬਨ ਜੰਗਲ ਵਿੱਚ ਇੱਕ ਰਸ ਤਪ ਕਰ ਰਹੇ ਹੈ, ਉੱਥੇ ਜਾ ਭਗਵਾਨ ਖੜੇ ਹੋਏ, ਪਰ ਧਰੂ ਭਗਤ ਜੀ ਨੇ ਨੇਤਰ ਹੀ ਨਹੀਂ ਖੋਲ੍ਹੇ, ਕਿਉਂਕਿ ਸਰੂਪ ਜਿਹੜਾ ਨਾਰਦ ਮੁਨੀ ਜੀ ਨੇ ਦੱਸਿਆ ਸੀ ਉਹਦਾ ਧਿਆਨ ਅੰਦਰ ਧਾਰਨ ਕੀਤਾ ਸੀ। ਉਹੀ ਸਰੂਪ ਬਾਹਰ ਆ ਕੇ ਖੜਾ, ਪਰ ਧਿਆਨ ਅੰਦਰ ਹੈ। ਭਗਵਾਨ ਨੇ ਆਪਣਾ ਅੰਦਰੋਂ ਧਿਆਨ ਖਿੱਚ ਲਿਆ ਧਰੂ ਭਗਤ ਜੀ ਨੇ। ਤੇ ਫਿਰ ਉਹ ਜਦੋਂ ਨੇਤਰ ਖੁੱਲ੍ਹੇ ਹੈ, ਬਾਹਰ ਵੇਖਿਆ ਉਹੀ ਸਰੂਪ ਹੈ, ਮੱਥਾ ਟੇਕਿਆ ਹੈ, ਨਮਸਕਾਰ ਕੀਤੀ ਹੈ। ਬਾਲਕ ਉਮਰਾ ਕਰਕੇ ਉਹ ਬੁੱਧੀ ਥੋੜ੍ਹੀ ਹੋਣੇ ਕਰਕੇ ਸਿਫਤ ਨਹੀਂ ਸੀ ਕਰ ਸਕਦੇ, ਪਰ ਉਂਝ ਉਸਤਤ ਕਰਨ ਦੀ ਇੱਛਾ ਬਹੁਤੀ ਹੈ। ਭਗਵਾਨ ਨੇ ਇੱਛਾ ਜਾਣ ਕੇ ਜਿਹੜਾ ਆਪਣਾ ਸੰਖ ਹੈ ਆਪਣੇ ਹੱਥਾਂ ਨਾਲ ਮੁੱਖ ਨੂੰ ਛੁਹਾ ਦਿੱਤਾ ਧਰੂ ਭਗਤ ਜੀ ਦੇ। ਉਸ ਵੇਲੇ ਫਿਰ ਸਿਫਤ ਕਰਨੀ ਸ਼ੁਰੂ ਕਰ ਦਿੱਤੀ, ਹੈ ਭਗਵਾਨ ਤੂੰ ਤੇ ਮਹਾਨ ਹੈ, ਮਾਇਆ ਦਾ ਮਾਲਕ ਹੈ, ਈਸ਼ਰ ਹੈ, ਅੰਤਰਜਾਮੀ ਹੈ। ਤੇ ਉਹ ਭਗਵਾਨ ਨੇ ਕਿਹਾ ਵੀ ਵੇਖੋ ਧਰੂ ਭਗਤ ਜੀ ਤੁਹਾਡੀ ਭਗਤੀ ਸਫਲ ਹੋਈ ਹੈ, ਕੀ ਚਾਹੁੰਦੇ ਹੋ ਤੁਸੀਂ? ਉਹ ਸਾਡੇ ਪਾਸੋਂ ਵਰ ਮੰਗ ਲਓ। ਫਿਰ ਉਹ ਭਗਤ ਜੀ ਕਹਿੰਦੇ ਵੀ ਭਗਵਾਨ ਸਾਡੀ ਤਾਂ ਕੋਈ ਇੱਛਾ ਹੀ ਨਹੀਂ ਰਹਿ ਗਈ, ਹੁਣ ਕੀ ਮੰਗਣਾ ਹੈ? ਕਹਿੰਦੇ ਵੀ ਭਾਵੇਂ ਨਹੀਂ ਇੱਛਾ ਸੀ, ਪਰ ਜਦੋਂ ਤੁਸੀਂ ਆਏ ਉਦੋਂ ਇੱਛਾ ਸੀ। ਇਸ ਕਰਕੇ ਧਰੂ ਭਗਤ ਸਾਡੇ ਤੁਸੀਂ 36,000 ਵਰਾਂ ਇਹ ਸੰਸਾਰ 'ਤੇ ਰਾਜ ਭਾਗ ਕਰੋ। ਅਤੇ ਜਿਹੜੇ ਤੁਹਾਡੇ ਪਿਤਾ ਜੀ ਜਦੋਂ ਜੰਗਲ ਵਿੱਚ ਤਪ ਕਰਨ ਜਾਣਗੇ ਤੁਹਾਨੂੰ ਰਾਜ ਭਾਗ ਬਖਸ਼ ਜਾਣਗੇ। 36,000 ਵਰਾਂ ਰਾਜ ਭਾਗ ਇਸ ਸੰਸਾਰ 'ਤੇ ਕਰਕੇ ਅਖੀਰੀ ਜਦੋਂ ਸਰੀਰ ਛੱਡ ਕੇ ਜਾਓ ਅਤੇ ਪਰਮ ਪਦ ਪਾਓ। ਜਿਸ ਪਰਮ ਪਦ ਨੂੰ ਤੁਸੀਂ ਪਾਉਣਾ ਚਾਹੁੰਦੇ ਸੀ ਵੀ ਜਿੱਥੇ ਸਾਡੇ ਦਾਦੇ ਪੜਦਾਦੇ ਨਹੀਂ ਨਾ ਗਏ ਉੱਥੇ ਮੈਂ ਜਾਣਾ ਹੈ, ਉਸ ਪਦ ਨੂੰ ਜਾ ਕੇ ਪ੍ਰਾਪਤ ਕਰੋ, ਅਟਲ ਪਦਵੀ ਪਾ ਲਓ। ਹੇ ਧਰੂ ਮੇਰੇ ਭਗਤ 9 ਗ੍ਰਹਿ 27 ਨਛੱਤਰ ਵੱਡੇ ਵੱਡੇ ਦੇਵੀ ਦੇਵਤੇ ਵੀ ਤੇਰੀ ਪ੍ਰਦਖਣਾ ਕਰਿਆ ਕਰਨਗੇ, ਪਰਿਕਰਮਾ ਕਰਿਆ ਕਰਨਗੇ। ਉਹ ਅਟਲ ਪਦਵੀ ਬਖਸ਼ੀ, ਨਾਲ ਹੀ ਬਚਨ ਕਰ ਦਿੱਤਾ ਜੋ ਤੁਹਾਡੇ ਭਰਾ ਹੈ ਉੱਤਮ ਮਤਰੇਈ ਮਾਂ ਦਾ ਜੋ ਪੁੱਤਰ ਹੈ ਉਹਦੀ ਬਿਰਤੀ ਸ਼ਿਕਾਰ ਵਿੱਚ ਬਹੁਤੀ ਲੱਗੀ ਰਹਿੰਦੀ ਹੈ, ਜਿਸ ਕਰਕੇ ਉਹ ਤਾਂ ਉੱਥੇ ਹੀ ਜੰਗ ਯੁੱਧ ਹੋਏਗਾ, ਖਤਮ ਹੋ ਜਾਏਗਾ। ਤੁਹਾਡੀ ਮਾਤਾ ਜੀ ਮਗਰ ਜਾਏਗੀ ਮਤਰੇਈ ਮਾਂ ਵੇਖਣ ਵਾਸਤੇ, ਉਹ ਜੰਗਲ ਵਿੱਚ ਅੱਗ ਲੱਗੀ ਹੋਏਗੀ, ਉਹ ਵੀ ਸੜ ਮੱਚ ਜਾਏਗੀ ਉੱਥੇ ਹੀ। ਅਤੇ ਇਸ ਤਰ੍ਹਾਂ ਤੁਸੀਂ ਬਾਅਦ ਵਿੱਚ ਰਾਜ ਭਾਗ ਬਣਾ ਸਵਾਰ ਕੇ ਕਰੋ। ਹੁਣ ਸਾਡੀ ਆਗਿਆ ਵੀ ਤੁਸੀਂ ਵਾਪਸ ਚਲੇ ਜਾਓ ਆਪਣੀ ਪੁਰੀ ਵਿੱਚ, ਤੁਹਾਡੇ ਮਾਤਾ ਪਿਤਾ ਜੀ ਉਡੀਕ ਰਹੇ। ਇਹ ਬਚਨ ਕਹਿ ਕੇ ਭਗਵਾਨ ਉਸੇ ਵੇਲੇ ਅਲੋਪ ਹੋ ਗਏ। ਧਰੂ ਭਗਤ ਜੀ ਆਪਣੀ ਪੁਰੀ ਨੂੰ ਆਏ। ਇੱਧਰ ਉਤਾਨਪਾਦ ਰਾਜੇ ਨੇ ਸੁਣਿਆ ਵੀ ਮੇਰਾ ਪੁੱਤਰ ਆ ਰਿਹਾ ਹੈ, ਚੰਗੀ ਤਿਆਰੀ ਕਰਕੇ ਅਤੇ ਜਿਹੜੇ ਨਾਲ ਸੈਨਾ ਆਪਣੀ ਲੈ ਲਈ, ਫੌਜ ਲੈ ਲਈ, ਆਪਣੀਆਂ 2 ਪਤਨੀਆਂ ਸੁਰੁਚੀ ਅਤੇ ਸੁਨੀਤਾ ਵੀ ਲੈ ਲਈ, ਅੱਗੋਂ ਸਤਿਕਾਰ ਕਰਨ ਵਾਸਤੇ ਜਿਹੜੇ ਗਏ ਹੈ। ਜਦੋਂ ਮੁੱਖ ਦੇਖਿਆ ਧਰੂ ਭਗਤ ਜੀ ਦਾ ਬੜਾ ਖੁਸ਼ ਹੋਇਆ ਉਤਾਨਪਾਦ ਰਾਜਾ। ਆਪਣੇ ਪੁੱਤਰ ਧਰੂ ਨੂੰ ਨਮਸਕਾਰ ਕੀਤੀ, ਮੱਥਾ ਟੇਕਿਆ, ਗਲ ਨਾਲ ਲਾਇਆ ਹੈ। ਗਲ ਭਰ ਆਇਆ, ਨੇਤਰਾਂ 'ਚੋਂ ਜਲ ਘੇਰਦਾ ਕਹਿੰਦਾ ਪੁੱਤਰਾ ਮੈਂ ਨਿਭਾਗਾ ਤੇਰਾ ਪਿਓ ਹਾਂ, ਜਿਸ ਨੇ ਤੇਰੀ ਮਹਿਮਾ ਨਹੀਂ ਜਾਣੀ ਹੈ। ਗਲ ਨਾਲ ਲਾਉਂਦਾ ਹੈ, ਨਾਲੇ ਅਥਰੂ ਘੇਰਦਾ ਹੈ। ਇੱਧਰ ਆਪਣੇ ਇਸਨੇ ਰਾਜਧਾਨੀ ਵਿੱਚ ਕਿਹਾ ਹੋਇਆ ਸੀ ਸਾਰਿਆਂ ਨੂੰ ਵੀ ਜਦੋਂ ਮੈਂ ਆਪਣੇ ਪੁੱਤਰ ਨੂੰ ਲਿਆਵਾਂਗਾ ਅਤੇ ਚੰਗੀ ਸਜਾਵਟ ਕਰਨੀ ਹੈ। ਫਿਰ ਉਹ ਹਥਨੀ ਉੱਪਰ ਚੜ੍ਹਾ ਕੇ ਆਪਣੇ ਪੁੱਤਰ ਉੱਤਮ ਨੂੰ ਅਤੇ ਧਰੂ ਭਗਤ ਜੀ ਨੂੰ ਇਹ ਵਾਪਸ ਲੈ ਆਇਆ ਰਾਜਾ। ਗਲੀਆਂ ਵਿੱਚ ਚੰਦਨ ਛਿੜਕੇ ਹੈ, ਬੰਧਨਵਾਰ ਬੰਨੇ ਹੋਏ ਦਰਵਾਜ਼ਿਆਂ ਉੱਪਰ, ਜਿੱਥੇ ਰਸਤੇ ਵਿੱਚ ਮਾਈਆਂ ਬੀਬੀਆਂ ਉਹ ਗੀਤ ਗਾ ਰਹੀਆਂ ਖੁਸ਼ੀ ਦੇ ਭਗਤ ਧਰੂ ਜੀ ਦੇ ਆਉਣ ਦੇ ਸੰਬੰਧ ਵਿੱਚ। ਇਵੇਂ ਸੁਣਦਿਆਂ ਸੁਣਦਿਆਂ ਹੀ ਆਪਣੀ
ਮਹਿਲਾਂ ਵਿੱਚ ਚਲਿਆ ਗਿਆ ਰਾਜਾ। ਜਿਹੜੇ ਮਹਿਲ ਅਟਾਰੀਆਂ ਸੋਨੇ ਦੇ ਕਲਸ਼ ਲੱਗੇ ਹੋਏ, ਉੱਪਰ ਕੱਚ ਦੀਆਂ ਅਟਾਰੀਆਂ ਹਨ। ਇੱਕ ਸੋਹਣਾ ਮਕਾਨ ਹੈ ਚੰਗਾ, ਜਿੱਥੇ ਚੰਦੋਏ ਤਣੇ ਹੋਏ, ਉੱਥੇ ਜਾ ਕੇ ਰਾਜਾ ਬੈਠ ਗਿਆ। ਪੁੱਤਰ ਨੂੰ ਦੇਖਿਆ ਹੈ, ਬੜਾ ਖੁਸ਼ ਹੋਇਆ। ਉਸ ਵੇਲੇ ਧਰੂਪ ਭਗਤ ਜੀ ਨੂੰ ਫਿਰ ਜਿਹੜਾ ਸਾਧ ਸੰਗਤ ਜੀ ਬੜੇ ਪ੍ਰੇਮ ਨਾਲ ਉਤਸ਼ਾਹ ਨਾਲ ਰਾਜ ਭਾਗ ਬਖਸ਼ ਦਿੱਤਾ ਵੀ ਪੁੱਤਰ ਤੂੰ ਰਾਜਾ ਹੈ ਹੁਣ ਤੋਂ, ਅਬ ਚਲ ਰਾਜ ਜਿਹੜਾ ਦੇ ਦਿੱਤਾ। ਤੇ ਅਟਲ ਰਾਜ ਦੇ ਕੇ ਆਪਣੀ ਉਮਰਾਂ ਵੇਖੀ ਵੀ ਹੁਣ ਬਿਰਧ ਹੋਈ, ਆਪ ਤਪ ਕਰਨ ਚਲਾ ਗਿਆ। ਇੱਧਰ ਜੋ ਉੱਤਮ ਮਤਰੇਈ ਮਾਂ ਦਾ ਪੁੱਤਰ ਸੀ ਧਰੂਪ ਭਗਤ ਜੀ ਦੇ, ਉਹ ਸ਼ਿਕਾਰ ਖੇਡਣ ਗਿਆ, ਉੱਥੇ ਯਕਸ਼ਾਂ ਨੇ ਮਾਰ ਦਿੱਤਾ। ਜਿਹੜੇ ਕੁਬੇਰ ਦੇ ਸੇਵਕ ਹੈ, ਮਾਤਾ ਗਈ ਪਿੱਛੇ ਵੇਖਣ ਸੁਰੁਚੀ, ਜਿਹਨੇ ਧਰੂਪ ਭਗਤ ਜੀ ਨੂੰ ਗੋਦੀ ਵਿੱਚੋਂ ਫੜ ਕੇ ਕੱਢਿਆ ਹੋਇਆ ਸੀ, ਉਹ ਆਪਣੇ ਉੱਤਮ ਪੁੱਤਰ ਦੇ ਪਿੱਛੇ ਗਈ ਵੀ ਉਹ ਆਇਆ ਕਿਉਂ ਨਹੀਂ ਵਾਪਸ। ਜੰਗਲ ਨੂੰ ਅੱਗ ਲੱਗੀ ਸੀ, ਉਹ ਵੀ ਉੱਥੇ ਸੜ ਗਈ। ਜੋ ਭਗਵਾਨ ਨੇ ਬਚਨ ਕੀਤੇ ਉਹ ਪੂਰੇ ਅਟਲ ਹੋਏ। ਧਰੂਪ ਭਗਤ ਜੀ ਨੇ ਜਦੋਂ ਸੁਣਿਆ ਵੀ ਮੇਰੇ ਭਰਾ ਨੂੰ ਮਾਰ ਦਿੱਤਾ ਜੱਸ਼ਾਂ ਨੇ, ਫਿਰ ਇੱਥੇ ਆ ਕੇ ਜੰਗ ਯੁੱਧ ਜਿਹੜਾ ਸ਼ੁਰੂ ਕੀਤਾ ਹੈ। ਜਿੱਥੇ ਕੁਬੇਰ ਦੀ ਪੁਰੀ ਹੈ ਅਲਕਾਪੁਰੀ, ਇੱਥੇ ਫਿਰ ਜੰਗ ਜਦੋਂ ਛੁੱਟਿਆ, ਉਹ ਆਮੋ ਸਾਹਮਣੇ ਜਿਹੜੇ ਸ਼ਸਤਰ ਅਸਤਰ ਚੱਲੇ, ਤਿੱਖੇ ਤੀਰ ਸਖਤ ਤੀਰ ਚੱਲੇ, ਬੜੇ ਭਿਆਨਕ, ਬੜਾ ਸੰਗਰਾਮ ਮਚਿਆ। ਉਹ ਪ੍ਰਸੰਗ ਆਪਾਂ ਇੱਥੋਂ ਛੱਡਿਆ ਸੀ। ਅੱਗੇ ਜਿਵੇਂ ਧਰੂਪ ਭਗਤ ਜੀ ਦਾ ਰਹਿੰਦਾ ਪ੍ਰਸੰਗ ਅੱਜ ਆ ਰਿਹਾ ਹੈ, ਆਓ ਆਪਾਂ ਸਰਵਣ ਕਰੀਏ। ਗੁਰੂ ਚਰਨਾਂ 'ਚ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਛ ਜਬੈ ਕਾਇਲ ਕਰ ਡਾਰੇ। ਜੋ ਕੁਬੇਰ ਦੇਵਤਾ ਹੈ ਉਹਦੇ ਸੇਵਕ ਹੈ ਜਛ, ਜਿਨ੍ਹਾਂ ਨੂੰ ਗੁਰੂ ਅਰਜਨ ਦੇਵ ਮਹਾਰਾਜ ਸੁਖਮਨੀ ਸਾਹਿਬ ਵਿੱਚ ਲਿਖਿਆ ਹੈ, ਕਈ ਕੋੜ ਜਖ ਹੈ ਕਿੰਨਰ ਪਿਸਾਚ, ਕਿ ਕਰੋੜਾਂ ਹੀ ਜਸ਼ ਹੈ, ਕਿੰਨਰ ਹੈ, ਪਿਸਾਚ ਹੈ। ਇਹ ਜਿਹੜੇ ਜਸ਼ਾਂ ਦੇ ਨਾਲ ਜੰਗ ਯੁੱਧ ਧਰੂਪ ਭਗਤ ਜੀ ਦਾ ਸ਼ੁਰੂ ਹੋ ਗਿਆ। ਜਦੋਂ ਧਰੂਪ ਭਗਤ ਨੇ ਬਹੁਤੇ ਜਸ਼ ਘਾਇਲ ਜ਼ਖਮੀ ਫੱਟੜ ਕਰਕੇ ਸੁੱਟ ਦਿੱਤੇ ਐ। ਹਟੇ ਸਰਪ ਸਮਰਿਸ ਉਰ ਧਾਰੇ। ਜਿਵੇਂ ਸੱਪ ਬੜਾ ਗੁੱਸਾ ਜਿਹਾ ਕਰਦਾ ਹੈ, ਐਵੇਂ ਸੱਪ ਵਾਂਗ ਗੁੱਸਾ ਜਿਹਾ ਹਿਰਦੇ ਵਿੱਚ ਧਾਰ ਕੇ ਇਹ ਜੱਚ ਫਿਰ ਮੁੜੇ ਐ। ਔਰਖ ਧਰੁਵ ਕੋ ਸਹ ਨਾ ਸਕਾਈ। ਪਰ ਧਰੂਪ ਭਗਤ ਜੀ ਦਾ ਜਿਹੜਾ ਬਾਲ ਸੀ ਉਹਨੂੰ ਇਹ ਸਹਾਰ ਨਹੀਂ ਸੀ ਸਕਦੇ। ਭਰੇ ਗਰਭ ਭੂਰੰ ਗਰਜਾਈ। ਬਹੁਤ ਹੰਕਾਰ ਵਿੱਚ ਭਰੇ ਐ ਤੇ ਫਿਰ ਜਸ਼ ਗੱਜੇ ਹਨ। ਇੱਕ ਬਾਰ ਮਿਲ ਕਰ ਤਹ ਸਭ ਹੀ। ਇੱਕ ਵਾਰ ਤੇ ਸਾਰੇ ਜਸ਼ ਮਿਲ ਕਰਕੇ ਉਸ ਵੇਲੇ ਬਾਨ ਅਨਕ ਬਰਖਾਏ ਤਬ ਹੀ। ਹੇ ਭਾਈ ਮਰਦਾਨਾ, ਇਹਨਾਂ ਜਸ਼ਾਂ ਨੇ ਮਿਲ ਕੇ ਜਿਹੜੇ ਬਾਣ ਤੀਰ ਬਹੁਤੇ ਵਰਖਾਏ ਵਰਸ਼ਾ ਕੀਤੀ ਹੈ ਧਰੂਪ ਭਗਤ ਉੱਪਰ। ਪਰਗ ਪਸੰਡੀ ਤੋਮਰ ਸ਼ਕਤੀ। ਉਹ ਜਿਹੜਾ ਪਰਗ ਗੁਰਜ ਪਸੁੰਡੀ, ਇਸੇ ਤਰ੍ਹਾਂ ਜਿਹੜਾ ਪਰਗ ਕਹੀਏ ਗੰਡਾਸਿਆ ਕੁਹਾੜੇ, ਫਿਰ ਗੁਰਜ ਵਰਸ਼ਾ ਤੇ ਵਰਸ਼ੀ। ਨਾਨਾ ਸ਼ਸਤਰ ਕਰੈ ਕੋ ਉਕਤੀ। ਨਾਨਾ ਤਰ੍ਹਾਂ ਦੇ ਜਿਹੜੇ ਸ਼ਸਤਰ ਉਹ ਚਲਾਉਣਾ ਕੀਤੇ ਹੈ। ਉਕਤੀ ਕਈ ਉਹਨਾਂ ਦਾ ਕੌਣ ਕਥਨ ਕਰੇ ਵੀ ਕਿੰਨੇ ਸ਼ਸਤਰ ਚਲਾਏ ਕੇ ਸਾਰੀ ਇਹਨਾਂ ਨੇ। ਛਾਇਓ ਰਥ ਧਰੁਵ ਕੋ ਤਬ ਐਸੇ। ਉਸ ਵੇਲੇ ਤੇ ਭਾਈ ਮਰਦਾਨਾ ਧਰੂਪ ਭਗਤ ਦੇ ਰਥ ਉੱਪਰ ਇਹ ਤੀਰ ਬਾਣ ਸ਼ਸਤਰ ਤੇ ਐਵੇਂ ਛਾ ਗਏ, ਐਵੇਂ ਭਰ ਗਿਆ ਸਾਰਾ ਹੀ ਰਥ। ਮਹਾ ਮੇਘ ਘਟ ਸੂਰਜ ਜੈਸੇ। ਜਿਵੇਂ ਮਹਾ ਬਹੁਤ ਬੱਦਲਾਂ ਦੀਆਂ ਘਟਾਵਾਂ
ਸੂਰਜ ਨੂੰ ਛੁਪਾ ਲੈਂਦੀਆਂ ਹਨ। ਜਿਉ ਗਿਰ ਪਰ ਬਰਖਾ ਘਨ ਭਾਰੇ। ਜਿਵੇਂ ਬਹੁਤੇ ਬੱਦਲ ਕਾਲੇ ਭਾਰੇ ਇਕੱਠੇ ਹੋ ਕੇ ਪਹਾੜ ਉੱਪਰ ਵਰਸਣ, ਤਿਉ ਇੱਕ ਬਾਰ ਸ਼ਸਤਰ ਸਭ ਡਾਰੇ। ਤਿਵੇਂ ਹੀ ਇਹਨਾਂ ਜੱਸ਼ਾਂ ਨੇ ਇੱਕੇ ਵਾਰੀ ਜਿਹੜੇ ਸ਼ਸਤਰ ਹੈ ਧਰੂ ਭਗਤ ਦੇ ਰੱਥ ਉੱਪਰ ਸੁੱਟੇ ਐ ਚਲਾਏ ਐ। ਭਾ ਆਕਾਸ਼ ਮਹਿ ਹਾਹਾਕਾਰਾ। ਇਹ ਕੁਝ ਵੇਖ ਕੇ ਆਕਾਸ਼ ਵਿੱਚ ਤੇ ਹਾਹਾਕਾਰ ਸਾਰੇ ਬੰਨੇ ਹੋ ਗਿਆ। ਨਸਿਓ ਬੰਸ ਮਨ ਐਸ ਵਿਚਾਰਾ। ਸਾਰਿਆਂ ਨੇ ਇਸ ਤਰ੍ਹਾਂ ਵਿਚਾਰ ਲਿਆ ਵੀ ਜੋ ਸਯੰਭੂ ਮਨ ਦਾ ਅੰਸ਼ ਬੰਸ ਹੈ ਨਾ ਧਰੂ ਭਗਤ ਪੁੱਤਰਾ, ਲੋ ਵੀ ਇਹਨਾਂ ਦਾ ਅੱਜ ਸਾਰਾ ਹੀ ਇਹ ਤੇ ਨਾਸ ਹੋਇਆ ਹੀ ਹੋਇਆ ਹੈ। ਤਿਹ ਸ਼ਿਨ ਜਾਛ ਸਭੈ ਹਰਿ ਖਾਏ। ਇਹ ਆਵਾਜ਼ਾਂ ਜੇ ਆਕਾਸ਼ ਵਿੱਚੋਂ ਸੁਣ ਕੇ ਜਿੰਨੇ ਜੱਛ ਹੈ ਸਾਰੇ ਬੜੇ ਖੁਸ਼ ਹੋਏ ਐ। ਭਰੇ ਗਰਭ ਔਰ ਵੱਡ ਗਰ ਜਾਏ। ਫਿਰ ਤੇ ਹਿਰਦੇ ਵਿੱਚ ਬੜਾ ਹੰਕਾਰ ਭਰ ਗਿਆ, ਬਹੁਤਾ ਗੱਜੇ ਹਨ। ਧਰੁਵ ਰਥ ਅਵਸਰ ਪਾਏ ਬਹੋਰੀ। ਇਧਰੋਂ ਧਰੂ ਭਗਤ ਜਿਹੜਾ ਆਪਣੇ ਰੱਥ ਉੱਪਰ ਮੌਕਾ ਜਿਹਾ ਪਾ ਕੇ ਰਵ ਜੋ ਨਿਕਸ ਨਿਹਾਰ ਹੈ ਫੋਰੀ। ਜਿਵੇਂ ਕਹਿੰਦੇ ਸੂਰਜ ਆ ਧੁੰਦ ਜੀ ਨੂੰ ਪਾੜ ਕਰਕੇ ਨਿਕਲ ਆਉਂਦਾ ਹੈ, ਐਵੇਂ ਧਰੂ ਭਗਤ ਨਿਕਲ ਆਏ ਆ ਬਾਹਰ ਰੱਥ ਵਿੱਚੋਂ। ਧਰ ਧਨ ਕਰ ਮਹਿ ਸਰ ਬਰਖਾਏ। ਆਪਣੇ ਹੱਥ ਵਿੱਚ ਧਨਖ ਨੂੰ ਧਾਰ ਕੇ ਇਕੱਠੇ ਬੜੇ ਤੀਰ ਵਰਖਾਏ ਆ। ਫਿਰ ਪੀੜਤ ਹੋਏ ਸਭ ਸ਼ਤਰ ਪਲਾਏ। ਇਹ ਜਿਹੜੇ ਸ਼ਤਰੂ ਵੈਰੀ ਹੈ ਜਸ਼ ਬੜੇ ਪੀੜਤ ਦੁਖੀ ਹੋਏ, ਸਾਰੇ ਦੌੜ ਗਏ ਉਸ ਵੇਲੇ। ਬਾਨਨ ਸੰਗ ਵਿਦੇ ਤਨ ਤਿਨਕੇ। ਇਹਨਾਂ ਜਸ਼ਾਂ ਦੇ ਜਿਹੜੇ ਸਰੀਰ ਹੈ ਉਹ ਤੇ ਤੀਰਾਂ ਨਾਲ ਹੀ ਵਿੰਨੇ ਗਏ ਉਸ ਵੇਲੇ। ਭਾਗੇ ਵੱਡੋ ਗਰਭ ਔਰ ਜਿਨਕੇ। ਜਿਨ੍ਹਾਂ ਜਸ਼ਾਂ ਦੇ ਹਿਰਦੇ ਵਿੱਚ ਬੜਾ ਹੰਕਾਰ ਗਰਭ ਸੀ, ਇਹ ਸਾਰੇ ਫਿਰ ਭੱਜੇ ਐ। ਮਾਥੇ ਭੁਜਾ ਚਰਨ ਕਟ ਡਾਰੇ। ਕਿਉਂਕਿ ਧਰੂ ਭਗਤ ਜੀ ਨੇ ਆਪਣੇ ਬਾਣਾਂ ਨਾਲ ਕਿਸੇ ਦਾ ਮੱਥਾ ਕੱਟ ਦਿੱਤਾ, ਕਿਸੇ ਦੀ ਬਾਂਹ ਕੱਟ ਦਿੱਤੀ ਹੈ, ਕਿਸੇ ਦੇ ਪੈਰ ਕੱਟ ਸੱਟੇ ਹੈ। ਜੇ ਸਨਮੁਖ ਭੇ ਤਤ ਛਿਨ ਮਾਰੇ। ਜਿਹੜੇ ਤੇ ਸਾਹਮਣੇ ਹੋ ਗਏ ਜੱਛ ਉਹ ਤੇ ਬੜੀ ਛੇਤੀ ਮਾਰੇ ਆ ਧਰੂ ਭਗਤ ਜੀ ਨੇ। ਅਨਗਨ ਜਾਛ ਪਰੇ ਕਟ ਧਰਨੀ। ਜਦੋਂ ਇਸ ਤਰ੍ਹਾਂ ਅਣਗਿਣਤੀ ਜਸ਼ ਕੱਟੇ ਹੋਏ ਧਰਤੀ ਤੇ ਪਏ ਹਨ। ਬਨ ਕਟਨੇ ਸਮ ਉਪਮਾ ਬਰਨੀ। ਉਹ ਤੇ ਜਿਵੇਂ ਜੰਗਲ ਕੱਟ ਕੱਟ ਕੇ ਸੁੱਟਿਆ ਹੋਵੇ, ਮੈਂ ਜਸ਼ ਕੱਟੇ ਹੋਏ ਐ, ਉਸ ਦੇ ਸਮਾਨ ਉਪਮਾ ਕਹੀ ਜਾਂਦੀ ਹੈ। ਘਨ ਅਨੀਕ ਜਿਵ ਪਾਨ ਅਗਾਰੇ। ਜਿਵੇਂ ਆ ਬੱਦਲ ਬੜੇ ਸੰਘਣੇ ਤੇ ਪੌਣ ਹਵਾ ਦੇ ਅੱਗੇ ਅੱਗੇ। ਕਿਉ ਭਾਗੇ ਪਾਛੇ ਨਾ ਨਿਹਾਰੇ। ਜਿਵੇਂ ਉਹ ਬੱਦਲ ਭੱਜਦੇ ਆ ਹਵਾ ਦੇ ਨਾਲ ਅੱਗੇ ਅੱਗੇ, ਐਵੇਂ ਹੀ ਇਹ ਜਸ਼ ਭੱਜੇ ਆ, ਕੋਈ ਨਹੀਂ ਪਿੱਛੇ ਮੁੜ ਕੇ ਦੇਖਦਾ ਧਰੂ ਭਗਤ ਵੱਲ। ਮਾਇਆ ਆਪਣੀ ਤਬਹਿ ਪਸਾਰੀ। ਹੇ ਭਾਈ ਮਰਦਾਨਾ, ਉਸ ਵੇਲੇ ਨਾ ਜੱਛਾਂ ਨੇ ਆਪਣੀ ਜਿਹੜੀ ਮਾਇਆ ਉਹ ਪਸਾਰੀ ਹੈ, ਫੈਲਾਈ ਹੈ। ਛਿਲਾਕ ਬੰਦ ਗਿਰਹਿ ਨਭ ਭਾਰੀ। ਉਹ ਕੀ ਕੀਤਾ, ਮਾਇਆ ਪਸਾਰ ਕੇ ਆਕਾਸ਼ ਵਿੱਚੋਂ ਬੜੇ ਭਾਰੀ ਪਹਾੜ ਪੱਥਰ ਤੇ ਧੜ ਸੁੱਟਣੇ ਸ਼ੁਰੂ ਕਰ ਦਿੱਤੇ ਐ। ਵਿਸ਼ਟਾ ਮੂਤਰ ਰੁਦਰ ਪੂਅੰ ਤਬਹੀ। ਗੰਦਗੀ ਮੂਤਰ ਲਹੂ ਇਸੇ ਤਰ੍ਹਾਂ ਜਿਹੜੀ ਪੂੰ ਪਾਕ ਹੈ ਉਸ ਵੇਲੇ। ਬਰਖਾ ਛਤਰ ਅਗਗਨ ਤੇ ਸਭ ਹੀ। ਇਹ ਵੈਰੀ ਜੱਛ ਜਿਹੜੇ ਐ ਆਕਾਸ਼ ਵਿੱਚੋਂ ਸਾਰੇ ਮਿਲ ਕੇ ਵਰਖਾ ਕਰਦੇ ਇਹਨਾਂ ਚੀਜ਼ਾਂ ਦੀ। ਸ਼ੂਕਰ ਸਿੰਘ ਬਿਆਗਰ ਇਹ ਘੋਰਾ। ਇਸੇ ਤਰ੍ਹਾਂ ਸੂਰ ਸਿੰਘ ਸ਼ੇਰ ਬਿਆਗਰ ਬਘਿਆੜ ਤੇ ਸੱਪ ਭਿਆਨਕ ਜਾਂ ਘੋੜੇ। ਪਰਲਾ ਸਰਸ ਭਾਨਾਦ ਕਠੋਰਾ। ਜਿਵੇਂ ਪਰਲੇ ਦਾ ਸਮਾਂ ਆ ਜਾਂਦਾ, ਬੜੀਆਂ ਆਵਾਜ਼ਾਂ ਆਉਂਦੀਆਂ, ਉਹ ਪਰਲੇ ਦੇ ਸਮਾਨ ਬੜਾ
ਭਿਆਨਕ ਸਖਤੀ ਆਵਾਜ਼ਾ ਹੋਇਆ ਇਹਨਾਂ ਦਾ ਜਿਉ ਧਰੂ ਕੀ ਤੁਜਨੀ ਹੋਇ ਹਾਨੀ। ਵੀ ਜਿਵੇਂ ਕਿਵੇਂ ਵੀ ਧਰੂ ਦੀ ਜਿਹੜੀ ਹੈ ਫੌਜ ਉਹ ਨਾਸ ਹੋ ਜਾਏ, ਤਿਉ ਸੋ ਆਸਰੀ ਮਾਇਆ ਠਾਨੀ। ਤਿਵੇਂ ਇਹਨਾਂ ਨੇ ਆਸਰੀ ਜਿਹੜੀ ਮਾਇਆ ਹੈ, ਉਹ ਜਿਹੜੀ ਹੈ ਰਚਨਾ ਕੀਤੀ ਹੈ, ਸ਼ੁਰੂ ਕੀਤੀ ਹੈ। ਧਰੁਵ ਹਰ ਭਗਤ ਮਹਾਬਲ ਧਾਰਾ। ਇੱਧਰ ਜੋ ਧਰੂ ਭਗਤ ਹੈ ਹਰੀ ਪਰਮੇਸ਼ਰ ਦਾ, ਜਿਸ ਨੇ ਬਹੁਤ ਮਹਾਨੀ ਬਲ ਧਾਰਿਆ ਹੋਇਆ ਹੈ। ਨਾਰਾਇਣ ਸਰ ਤਬਹਿ ਸੰਭਾਰਾ। ਉਸ ਵੇਲੇ ਜਿਹੜਾ ਨਾਰਾਇਣ ਅਸਤਰ ਹੈ, ਨਾਰਾਇਣ ਤੀਰ ਹੈ, ਉਹ ਸੰਭਾਲਿਆ ਹੈ। ਕਰ ਮਹਿ ਲੈ ਧਨ ਮਹਿ ਜਬਕ ਜੋਰਾ। ਜਦੋਂ ਹੱਥਾਂ ਵਿੱਚ ਉਹ ਨਾਰਾਇਣ ਅਸਤਰ ਲੈ ਕੇ ਧਨਖ ਵਿੱਚ ਜੋੜਿਆ, ਨਾਸ਼ ਭਈ ਮਾਇਆ ਵੱਡ ਘੋਰਾ। ਇਹ ਜੱਛਾਂ ਦੀ ਜਿਹੜੀ ਬੜੀ ਵੱਡੀ ਬੜੀ ਭਿਆਨਕ ਮਾਇਆ ਸੀ, ਉਸੇ ਵੇਲੇ ਸਾਰੀ ਨਾਸ ਹੋਈ। ਜਬ ਬਹੁ ਬਾਨ ਕਟਕ ਮਹਿ ਡਾਰਾ। ਜਦੋਂ ਉਹ ਨਾਰਾਇਣ ਅਸਤਰ ਬਾਣ ਇਹ ਜੱਛਾਂ ਦੀ ਫੌਜ ਵਿੱਚ ਸੁੱਟਿਆ ਹੈ, ਛੱਡਿਆ ਹੈ, ਛਿਨਕ ਬਿਖੈ ਸਗਰੋ ਸੰਘਾਰਾ। ਉਸ ਨੇ ਤੇ ਸ਼ਿਰ ਵਿੱਚ ਹੀ ਬਹੁਤਿਆਂ ਦਾ ਘਾਣ ਕੀਤਾ, ਨਾਸ ਕੀਤਾ ਹੈ। ਕੱਟੇ ਅੰਗ ਵਿਆਕੁਲ ਹੋਇ ਭਾਗੇ। ਬਹੁਤਿਆਂ ਦੇ ਅੰਗ ਕੱਟੇ ਐ, ਵਿਆਕਲ ਘਬਰਾ ਘਬਰਾ ਕੇ ਭੱਜੇ ਐ ਜਸ਼ ਉਸ ਵੇਲੇ। ਸਰਪ ਬਰਿੰਦਾ ਜਿਉ ਖਗਪਤ ਆਗੇ। ਜਿਵੇਂ ਆ ਗਰੜ ਦੇ ਅੱਗੇ ਸੱਪਾਂ ਦਾ ਸਮੂਹ ਨੱਠਦਾ ਕਾਲੇ ਨਾਗਾਂ ਦਾ। ਧਰੁਵ ਕੋ ਪਿਤ ਪਿਤ ਨਿਰਭ ਮਨ ਜੋਈ। ਇੱਧਰ ਜੋ ਧਰੂ ਭਗਤ ਜੀ ਦੇ ਪਿਤਾ ਦੇ ਪਿਤਾ ਜੋ ਸ਼ੰਭੂ ਮਨ ਰਾਜਾ ਸੀ, ਦਇਆ ਭਈ ਆਇਓ ਚਲ ਸੋਈ। ਉਹਦੇ ਹਿਰਦੇ ਵਿੱਚ ਬੜੀ ਦਇਆ ਹੋਈ ਹੈ, ਜਿਸ ਕਰਕੇ ਸ਼ੰਭੂ ਮਨ ਦਾਦਾ ਧਰੂ ਭਗਤ ਦਾ ਆਪਣੇ ਲੋਕ ਵਿੱਚੋਂ ਚੱਲ ਕੇ ਆਇਆ। ਕਹਿਣ ਲੱਗਾ ਧਰੁਵ ਕੋ ਅਸਬਾਨੀ। ਧਰੂ ਭਗਤ ਜੀ ਨੂੰ ਇਸ ਤਰ੍ਹਾਂ ਦੀ ਬਚਨ ਬਾਣੀ ਕਹਿਣ ਲੱਗਾ, ਦਾਦਾ ਸ਼ੰਭੂ ਮਨ ਬਿਨ ਅਪਰਾਧ ਨਾ ਜਾਛ ਕਰ ਹਾਨੀ। ਹੇ ਪੁੱਤਰੇ ਧਰੂ, ਤੂੰ ਆ ਬਿਨਾ ਅਪਰਾਧ ਗਣਾਈ, ਐਵੇਂ ਨਾ ਤੂੰ ਜੱਸ਼ਾਂ ਨੂੰ ਮਾਰੀ ਜਾ। ਤੂੰ ਹਰ ਭਗਤ ਦਇਆ ਔਰ ਧਾਰੋ। ਹੇ ਪੁੱਤਰੇ ਧਰੂ, ਤੂੰ ਤੇ ਉਹ ਹਰੀ ਪਰਮੇਸ਼ਰ ਦਾ ਭਗਤ ਹੈ, ਥੋੜੀ ਬਹੁਤੀ ਦੇ ਹਿਰਦੇ ਵਿੱਚ ਦਇਆ ਧਾਰ। ਇਸ ਕਰ ਸਾਤ ਨਾ ਜਾਚ ਸੰਘਾਰਹੁ। ਆਪਣੇ ਗੁੱਸੇ ਨੂੰ ਸ਼ਾਂਤ ਕਰ, ਐਵੇਂ ਨਾ ਜੱਸ਼ਾਂ ਨੂੰ ਮਾਰੀ ਜਾ, ਨਾਸ ਕਰ। ਏਕ ਪਰਾਤ ਤੇਰੋ ਇਨ ਮਾਰਾ। ਉਹ ਧਰੂ ਬੱਚੇ ਮੇਰੇ ਪੋਤਰੇ, ਤੇਰਾ ਤੇ ਨਾ ਜੱਸ਼ਾਂ ਨੇ ਇੱਕੋ ਹੀ ਭਰਾ ਖਤਮ ਕੀਤਾ, ਮਾਰਿਆ ਹੈ। ਤੈ ਅਨਗਨ ਬਹੁ ਕਟਕ ਸੰਘਾਰਾ। ਪਰ ਤੈਨੇ ਤੇ ਇਹਨਾਂ ਦੀ ਜੱਸ਼ਾਂ ਦੀ ਬਹੁਤ ਹੀ ਜਿਹੜੀ ਫੌਜ ਹੈ ਉਹ ਮਾਰ ਮੁਕਾਈ ਹੈ, ਨਾਸ ਕਰ ਦਿੱਤੀ ਹੈ। ਬਾਲ ਬੈਸ ਤੁਮ ਵਿਸ਼ਨ ਧਿਆਇਓ। ਤੁਸਾਂ ਨੇ ਤੇ ਆ ਬਾਲਕ ਉਮਰਾ 5 ਸਾਲ ਦੀ ਉਮਰ ਵਿੱਚ ਹੀ ਭਗਵਾਨ ਵਿਸ਼ਨੂੰ ਨੂੰ ਧਿਆਇਆ ਹੈ। ਕਹਾ ਗਿਆਨ ਪੂਰਨ ਔਰ ਪਾਇਓ। ਤੇ ਉੱਥੇ ਮਧੂਬਨ ਜੰਗਲ ਵਿੱਚ ਭਗਵਾਨ ਪਾਸੋਂ ਜਿਹੜਾ ਪੂਰਨ ਗਿਆਨ ਬ੍ਰਹਮ ਗਿਆਨ ਹੈ, ਅਦਵੈਤ ਗਿਆਨ ਹੈ, ਉਹ ਤੁਸਾਂ ਨੇ ਪਾਇਆ ਹੈ। ਆਤਮ ਸਰਬ ਵਿਖੇ ਹੈ ਏਕੋ। ਹੇ ਧਰੂ ਬੱਚੇ ਪੁੱਤਰ, ਆ ਸਾਰਾ ਜਿਹੜਾ ਆਤਮਾ ਉਹ ਸਾਰਿਆਂ ਵਿੱਚ ਇੱਕੋ ਹੀ ਤਾਂ ਹੈ। ਅਸ ਪ੍ਰਕਾਰ ਸੰਭਾਰ ਵਿਵੇਕੋ। ਇਸ ਤਰ੍ਹਾਂ ਦਾ ਜਿਹੜਾ ਗਿਆਨ ਹੈ ਉਹ ਤੂੰ ਸੰਭਾਲ ਵੀ ਆਤਮਾ ਤੇ ਸਾਰਿਆਂ ਵਿੱਚ ਇੱਕੋ ਹੀ ਹੈ। ਫਿਰ ਪੁੱਤਰ ਕਿਹਨੂੰ ਮਾਰਨਾ ਹੈ? ਇਹ ਅਨਚੇਤ ਯਹ ਸਭ ਦਾ ਅਨਚੇਤ ਯਹ ਸਭ ਬਾਤਾ। ਇਹ ਤੇ ਸਾਰੀ ਯੋਗ ਦੀ ਤੇਰੀ ਗੱਲ ਹੈ ਜਿਹੜੀ ਤੂੰ ਕਰ ਰਿਹਾ ਹੈ। ਬਸ ਸੰਗਰਾਮ ਨਾ ਕਰ ਅਬ ਤਾਤਾ। ਇਹ ਪੁੱਤਰ ਹੁਣ ਬਸ ਕਰ, ਤੂੰ ਯੰਗ ਯੁੱਧ ਨਾ ਕਰ। ਇਸ ਬਿਦ ਦੀਨਾ ਗਿਆਨ ਮਨ ਰਾਉ। ਹੇ ਭਾਈ ਮਰਦਾਨਾ, ਇਸ ਤਰ੍ਹਾਂ ਜੋ ਸ਼ੰਭੂ ਮਨ ਦਾਦਾ ਸੀ ਧਰੂ ਭਗਤ ਜੀ ਦਾ, ਉਹਨੇ ਇਸ ਤਰ੍ਹਾਂ ਦਾ ਗਿਆਨ ਦਿੱਤਾ ਆਪਣੇ ਪਿਤਰ ਲੋਕ ਚੋਂ ਆ ਕੇ। ਜੁਧ ਕਰਤ ਧਰੋ ਕੀ ਨ ਹਟਾਉ। ਯੁੱਧ ਕਰਦਾ ਹੋਇਆ ਧਰੂ ਭਗਤ ਨੂੰ
ਹਟਾਉਣਾ ਕੀਤਾ, ਮਨਾ ਕੀਤਾ ਦਾਦੇ ਨੇ। ਪੁਨ ਮਨ ਗਵਨਿਓ ਆਪਨ ਅਵਾਸੂ। ਫਿਰ ਜੋ ਸ਼ੰਭੂ ਮਨ ਹੈ ਦਾਦਾ ਧਰੂ ਭਗਤ ਜੀ ਦਾ, ਆਪਣੇ ਘਰ ਭਾਵ ਪਿੱਤਰ ਲੋਕ ਜਿੱਥੇ ਵਾਸਾ ਸੀ ਉਧਰ ਨੂੰ ਚਲਿਆ ਗਿਆ ਸੀ। ਸਭ ਧਨ ਪਤ ਆਵਾ ਧਰੁਵ ਪਾਸੂ। ਤੇ ਉਸ ਵੇਲੇ ਜਿਹੜਾ ਧਨੀ ਦਾ ਧਨ ਦਾ ਪਤੀ ਹੈ ਭਾਵ ਖਜ਼ਾਨੇ ਦਾ ਮਾਲਕ ਹੈ ਕੁਬੇਰ ਹੈ, ਉਹ ਧਰੂ ਭਗਤ ਪਾਸ ਆਇਆ। ਵਰਨਾ ਕੀਨੋ ਸੋ ਜਸ ਵਿਸਾਲਾ। ਭਗਤ ਧਰੂ ਜੀ ਦਾ ਉਸਨੇ ਸ੍ਰੇਸ਼ਟ ਜਸ ਬਹੁਤਾ ਹੀ ਕਥਨ ਕੀਤਾ। ਧੰਨ ਧੰਨ ਹਰ ਭਗਤ ਪਵਾਲਾ। ਕਹਿੰਦਾ ਵੀ ਉਹ ਭਗਤ ਤੂੰ ਤੇ ਧੰਨ ਹੈ, ਧੰਨ ਹੈ। ਹੇ ਰਾਜਾ ਧਰੂ ਤੂੰ ਤੇ ਹਰੀ ਦਾ ਭਗਤ ਹੈ ਬੜਾ ਵੱਡਾ। ਕਹਿਓ ਪਿਤਾਮਾ ਕੋ ਤੁਮ ਮਾਨਾ। ਵੀ ਧੰਨ ਹੈ ਤੂੰ ਜਿਸਨੇ ਇੱਕ ਵਾਰ ਕਹਿਣ ਤੇ ਆਪਣੇ ਪਿਤਾਮਾ ਕੇ ਦਾਦਾ ਜੀ ਦਾ ਬਚਨ ਮਨ ਵਿੱਚ ਬੰਨਿਆ ਹੈ। ਉਰ ਤੇ ਕ੍ਰੋਧ ਸਕਲ ਬਿਸਰਾਨਾ। ਹਿਰਦੇ ਵਿੱਚ ਜਿੰਨਾ ਕ੍ਰੋਧ ਸੀ ਉਹ ਵੀ ਸਾਰਾ ਵਿਸਾਰ ਦਿੱਤਾ, ਭੁਲਾ ਦਿੱਤਾ ਤੈਨੇ ਧਰੂ ਭਗਤ। ਤੁਮ ਭਰਾਤਾ ਨਹ ਜਾਛ ਸੰਘਾਰਾ। ਗੱਲ ਦੇ ਗਿਆਨ ਦੀ ਵਿੱਚ ਹੈ ਭਗਤ ਜੀ ਕਿ ਤੁਹਾਡੇ ਭਰਾ ਨੂੰ ਮੇਰੇ ਸੇਵਕ ਜੱਸ਼ਾਂ ਨੇ ਨਹੀਂ ਮਾਰਿਆ। ਏਕ ਨਹੀਂ ਜਛ ਤੁਮ ਨ ਮਾਰਾ। ਤੇ ਇੱਕ ਵੀ ਆ ਜਿਹੜਾ ਜੱਜ ਹੈ ਨਾ ਉਹ ਤੁਸਾਂ ਨੇ ਨਹੀਂ ਮਾਰਿਆ। ਮਾਰਨ ਕੋ ਕਾਰਨ ਇੱਕ ਕਾਲੂ। ਇਹ ਤੇ ਹੇ ਭਗਤ ਜੀ ਮਾਰਨ ਦਾ ਕਾਰਨ ਤੇ ਇੱਕੋ ਇੱਕ ਹੀ ਹੈ, ਉਹ ਕਾਲ ਹੈ, ਉਹ ਮੌਤ ਹੈ। ਲਖਤ ਨਾ ਕੋ ਗਤ ਜਾਸ ਵਿਸਾਲੂ। ਜਿਸ ਕਾਲ ਮੌਤ ਦੀ ਜਿਹੜੀ ਗਤੀ ਹੈ ਹਾਲਤ ਹੈ ਕੋਈ ਨਹੀਂ ਜਾਣਦਾ ਵੀ ਉਸਨੇ ਕਿਹੜੇ ਢੰਗ ਨਾਲ ਕਿਹਨੂੰ ਮਾਰਨਾ ਹੈ। ਉਹ ਤੇ ਸਭ ਉੱਪਰ ਬਲੀ ਹੈ। ਕਾਲ ਪਾਏ ਬ੍ਰਹਮਾ ਅਵਤਾਰਾ, ਕਾਲ ਪਾਏ ਸ਼ਿਵਜੂ ਅਵਤਾਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ। ਵੀ ਇਹ ਮੌਤ ਦੇ ਵਾਸਤੇ ਸਾਰੇ ਹੀ ਹੈ। ਉਹਦੀ ਗਤ ਨੂੰ, ਉਹਦੀ ਹਾਲਤ ਨੂੰ ਕੋਈ ਨਹੀਂ ਜਾਣ ਸਕਦਾ ਵੀ ਕਿਹੜੇ ਢੰਗ ਨਾਲ ਮਾਰੇਗੀ ਕਿਸੇ ਨੂੰ। ਮੈਂ ਅਰ ਮੋਰ ਤੋਰ ਜੇ ਜਾਣਤ। ਹੇ ਭਗਤ ਜੀ ਜਿਹੜੇ ਆ ਕੇ ਕਹਿੰਦੇ ਆ ਵੀ ਮੈਂ ਤੇ ਮੈਂ ਹੀ ਆ ਸਭ ਕੁਝ, ਹੰਕਾਰ ਵਿੱਚ ਆ ਕੇ ਮੇਰ ਤੇਰ ਨੂੰ ਜਾਣਦੇ ਵੀ ਆ ਮੇਰਾ ਆ ਤੇਰਾ ਹੈ। ਤਾਂ ਕੋ ਪੰਡਤ ਅੱਗੇ ਪਛਾਨਤ। ਉਸ ਐਸੇ ਅਗਿਆਨੀ ਨੂੰ ਜਿਹੜੇ ਪੰਡਿਤ ਗਿਆਨੀ ਲੋਕ ਹੈ ਅਗਿਆਨੀ ਪਛਾਣਦੇ ਵੇ ਸਮਝ ਜਾਣਦੇ ਵੀ ਇਹ ਤੇ ਹਉਮੈ ਵਿੱਚ ਹੀ ਫਸਿਆ ਹੈ ਮਨੁੱਖ। ਤੂੰ ਮਤਵਾਨ ਗਿਆਨ ਗੁਣ ਖਾਨੀ। ਧਰੂ ਭਗਤ ਜੀ ਤੁਸੀਂ ਤੇ ਬੁੱਧੀ ਵਾਲੇ ਹੋ, ਗਿਆਨ ਵਾਲੇ ਹੋ, ਗੁਣਾ ਦੀ ਖਾਨ ਹੋ। ਬਾਲ ਬੈਸ ਹਰ ਭਗਤ ਕਮਾਨੀ। ਤੁਸਾਂ ਨੇ ਤੇ ਬਾਲਕ ਉਮਰਾਂ ਵਿੱਚ ਹੀ ਹਰੀ ਪਰਮੇਸ਼ਰ ਦੀ ਭਗਤੀ ਦੀ ਜਿਹੜੀ ਕਮਾਉਣੀ ਕੀਤੀ ਹੈ। ਤੁਝ ਪਰ ਮੈਂ ਸੋ ਪ੍ਰਸੰਨ ਵਿਸਾਲਾ। ਇਹ ਭਗਤ ਜੀ ਤੁਹਾਡੇ ਉੱਪਰ ਮੈਂ ਕੁਬੇਰ ਬਹੁਤ ਪ੍ਰਸੰਨ ਖੁਸ਼ ਹਾਂ। ਚਾਹੋ ਜੋ ਬਲ ਜਾ ਚਾਹ ਤਤਕਾਲਾ। ਜੋ ਵੀ ਤੁਸੀਂ ਚਾਹੁੰਦੇ ਹੋ ਨਾ ਵਾਰ ਉਹ ਮੇਰੇ ਕੁਬੇਰ ਤੋਂ ਤੁਸੀਂ ਬੜੀ ਛੇਤੀ ਮੰਗ ਲਓ। ਸੁਨ ਬੋਲਿਓ ਧਰੁਵ ਤਬ ਅਸਰੀਤੀ। ਇਹ ਭਾਈ ਮਰਦਾਨਾ ਕੁਬੇਰ ਤੋਂ ਸੁਣ ਕੇ ਧਰੂ ਭਗਤ ਉਸ ਵੇਲੇ ਸਰੀਤੀ ਨਾਲ ਬੋਲਿਆ। ਸ੍ਰੀ ਹਰਿ ਚਰਨ ਅਚਲ ਹੋਇ ਪ੍ਰੀਤੀ। ਹੇ ਕੁਬੇਰ ਜੀ ਜੋ ਮਾਇਆ ਦਾ ਮਾਲਕ ਭਗਵਾਨ ਹੈ ਉਹਦੇ ਚਰਨਾਂ ਵਿੱਚ ਮੇਰੀ ਜਿਹੜੀ ਅਚਾਲੀ ਪ੍ਰੀਤੀ ਹੋ ਜਾਏ। ਸਿੰਧ ਜਗਤ ਜਾਂਤੇ ਤਰ ਜਾਉ। ਜਿਸ ਵਾਸਤੇ ਸੰਸਾਰ ਸਮੁੰਦਰ ਤੋਂ ਮੈਂ ਸੁਖਾਲਾ ਹੀ ਤਰ ਜਾਵਾਂ ਬੜਾ ਸੌਖੇ ਢੰਗ ਨਾਲ। ਇਹ ਬਰ ਤੁਮ ਤੇ ਮੈਂ ਸ਼ਬ ਪਾਉ। ਇਹ ਜਿਹੜਾ ਚੰਗਾ ਵਾਰ ਹੈ ਹੇ ਕੁਬੇਰ ਦੇਵਤਾ ਜੀ ਮੈਂ ਤੁਹਾਡੇ ਪਾਸੋਂ ਪਾਵਾਂ। ਏਵ ਮਸਤ ਕਹਿ ਬਚਨ ਕੁਮੇਰਾ। ਉਸ ਵੇਲੇ ਜੋ ਕੁਬੇਰ ਦੇਵਤਾ ਸੀ ਐਵੇਂ ਬਚਨ ਕਹਿ ਕੇ ਵੀ ਹੇ ਭਗਤ ਜੀ ਏਵ ਮਸਤ ਤਥਾਸਤੂ ਐਸਾ ਹੀ ਹੋਏਗਾ। ਤੁਹਾਡੀ ਪ੍ਰੀਤੀ ਪਰਮੇਸ਼ਰ ਭਗਵਾਨ ਦੇ ਚਰਨਾਂ ਵਿੱਚ ਅਚਾਲੀ ਹੋਏਗੀ ਨਾ ਡੋਲਣ ਵਾਲੀ। ਗਮਨਿਓ ਤਬਹ ਹੁਤੋ ਜਹ ਡੇਰਾ। ਜਿੱਥੇ ਫਿਰ ਕੁਬੇਰ ਦੀ
ਉਹ ਅਲਕਾਪੁਰੀ ਡੇਰਾ ਸਥਾਨ ਸੀ, ਆਪਣੀ ਪੁਰੀ ਵਿੱਚ ਹੀ ਚਲਿਆ ਗਿਆ ਸੀ। ਧਰੁਵ ਆਪਣੇ ਪੁਰ ਕੋ ਚੱਲ ਆਵਾ। ਇੱਧਰ ਧਰੂ ਭਗਤ ਸਾਰੇ ਜੰਗ ਯੁੱਧ ਨੂੰ ਸਮਾਪਤ ਕਰਕੇ ਆਪਣੀ ਪੁਰੀ, ਆਪਣੇ ਰਾਜ ਭਾਗ ਰਾਜਧਾਨੀ ਵਿੱਚ ਚੱਲ ਕੇ ਆ ਗਿਆ। ਜਿਹ ਕੋ ਸੁਰ ਨਰ ਮਹਿ ਜਸ ਛਾਵਾ। ਜਿਸ ਧਰੂ ਭਗਤ ਦਾ ਜਿਹੜਾ ਜਸ ਹੈ ਸਾਰੇ ਦੇਵਤਿਆਂ ਮਨੁੱਖਾਂ ਬ੍ਰਹਮੰਡਾਂ ਵਿੱਚ ਛਾਇਆ ਹੋਇਆ ਸੀ। ਕੀਨ ਪ੍ਰਿਥੀ ਕੋ ਰਾਜ ਕਨੇਰਾ। ਇਹ ਭਾਈ ਮਰਦਾਨਾ ਇਸ ਤਰ੍ਹਾਂ ਧਰੂ ਭਗਤ ਨੇ ਧਰਤੀ ਦਾ ਰਾਜ ਤੇ ਬਹੁਤਾ ਹੀ ਤਕੜਾ ਕੀਤਾ, ਬਹੁਤ ਲੰਬਾ ਸਮਾਂ। ਕਰ ਮਖ ਫਲ ਅਰਪਿਓ ਹਰ ਪੈਰਾ। ਉਸ ਦੇ ਨਾਲ ਹੀ ਜਿਹੜੇ ਹੈ ਜਗ ਆਦਿਕ ਕਰਕੇ ਜਿਹੜਾ ਜੱਗਾਂ ਦਾ ਫਲ ਸੀ ਉਹ ਭਗਵਾਨ ਦੇ ਚਰਨਾਂ ਵਿੱਚ ਹੀ ਅਰਪਿਆ ਸੀ ਧਰੂ ਨੇ। ਪ੍ਰੇਮ ਭਗਤ ਮਹਿ ਰਹਿਓ ਸਮਾਈ। ਤੇ ਆਪ ਪ੍ਰੇਮਾ ਭਗਤੀ ਵਿੱਚ ਹੀ ਸਮਾਇਆ ਰਿਹਾ ਸੀ ਧਰੂ ਭਗਤ। ਸਰਬ ਸੁਖਨ ਸੋ ਪ੍ਰਜਾ ਬਸਾਈ। ਜਿੰਨਾ ਚਿਰ ਵੀ ਰਾਜ ਕੀਤਾ ਸਾਰੀ ਪ੍ਰਜਾ ਹੀ ਸੁਖ ਨਾਲ ਵਸਾਈ ਸੀ। ਅੱਜ ਕੱਲ੍ਹ ਦੇ ਰਾਜਿਆਂ ਨੇ ਤੇ ਨੱਕ 'ਚ ਦਮ ਕੀਤਾ ਹੈ ਪ੍ਰਜਾ ਦੇ। 36 ਸਹਸ ਬਰਖ ਕਰ ਰਾਜੂ। ਫਿਰ ਉਹ ਭਗਵਾਨ ਦੇ ਬਚਨ ਸੀ ਜੋ ਉਸ ਅਨੁਸਾਰ ਧਰੂ ਭਗਤ ਜੀ ਨੇ 36,000 ਵਰਾ ਰਾਜ ਭਾਗ ਕੀਤਾ। ਧਰਮ ਅਰਥ ਕਾਮਾਦਿਕ ਸਾਜੂ। ਜਿਸ ਧਰੂ ਭਗਤ ਨੇ ਆ ਧਰਮ ਨੂੰ ਆਂਚ ਨਹੀਂ ਆਉਣ ਦਿੱਤੀ, ਪ੍ਰਜਾ ਨੂੰ ਅਰਥ ਧਨ ਪਦਾਰਥ ਦੀ ਆਂਚ ਨਹੀਂ ਆਉਣ ਦਿੱਤੀ, ਕਾਮਨਾਵਾਂ ਪੂਰੀਆਂ ਕੀਤੀਆਂ, ਸਜਾਇਆ ਵਜਾਇਆ, ਧਰਮ ਅਰਥ ਕਾਮ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦਿੱਤੀ ਆਪਣੀ ਪ੍ਰਜਾ ਨੂੰ। ਨਸਵਰ ਕੋ ਰਾਜ ਸਮਰਪਣ ਕੀਨਾ। ਨਸਵਰ ਲਖ ਕਰ ਜਗਤ ਬਹੋਰੀ। ਫਿਰ ਖੀਰੀ ਭਗਤ ਜੀ ਨੇ ਵੀ ਇਹ ਸੰਸਾਰ ਜਿਹੜਾ ਨਾਸਵਾਨ ਹੈ, ਨਾਸਵਾਨ ਇਹ ਸੰਸਾਰ ਨੂੰ ਜਾਣ ਕਰਕੇ ਸੁਪਨ ਸਮਾਨ ਦੀਨ ਸਭ ਸ਼ੋਰੀ। ਇਹ ਸੰਸਾਰ ਨੂੰ ਸੁਪਨੇ ਦੀ ਨਿਆਈ ਜਾਣ ਕੇ ਜਗ ਰਚਨਾ ਸਭ ਝੂਠ ਹੈ, ਜਾਣ ਲਿਹੋ ਰੇ ਮੀਤ। ਜਿਵੇਂ ਗੁਰੂ ਸਾਹਿਬ ਜੀ ਕਹਿੰਦੇ ਹੈ ਵੀ ਇਹ ਸੰਸਾਰ ਸੁਪਨੇ ਦੀ ਨਿਆਈ ਹੈ। ਜਿਵੇਂ ਰਾਤ ਮਨੁੱਖ ਸੌਂਦਾ ਹੈ ਤੇ ਜਦੋਂ ਸੌ ਜਾਂਦਾ ਤੇ ਉਹ ਕਈ ਕੁਝ ਘੜ ਲੈਂਦਾ ਰਾਤੋਂ ਰਾਤ। ਜਦੋਂ ਸਵੇਰੇ ਉੱਠਦਾ ਤੇ ਕੱਖ ਨਹੀਂ ਹੁੰਦਾ, ਨਾ ਉਹ ਰਾਜਾ ਜਿਹੜਾ ਰਾਤ ਬਣਿਆ ਸੀ, ਜੇ ਰਾਤ ਉਹ ਭਿਖਾਰੀ ਬਣਿਆ ਤੇ ਕੋਈ ਭਿਖਾਰੀ ਨਹੀਂ। ਸਵੇਰੇ ਉੱਠਦਾ ਕੁਝ ਵੀ ਨਹੀਂ ਹੁੰਦਾ, ਉਹੀ ਉਹ ਹੈ ਜੋ ਹੈਗਾ ਹੈ। ਇਸੇ ਤਰ੍ਹਾਂ ਸੁਪਨੇ ਦੀ ਨਿਆਈ ਜਾਣ ਕੇ ਭਗਤ ਜੀ ਨੇ ਸਭ ਛੱਡ ਦਿੱਤਾ ਸੀ ਇਹ ਰਾਜ ਭਾਗ ਸੰਸਾਰ। ਸੋਤ ਕੋ ਰਾਜ ਸਮਰਪਣ ਕੀਨਾ। ਤੇ ਆਪਣਾ ਜਿਹੜਾ ਰਾਜ ਭਾਗ ਆਪਣੇ ਪੁੱਤਰ ਨੂੰ ਸਮਰਪਣ ਕੀਤਾ ਸੀ ਧਰੂ ਭਗਤ ਨੇ। ਆਪ ਪੰਥ ਕਾਨਨ ਕੋ ਲੀਨਾ। ਆਪ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਵੀ ਫਿਰ ਦੁਬਾਰਾ ਤਪ ਕਰਨਾ ਹੈ, ਜੰਗਲਾਂ ਦਾ ਰਸਤਾ ਲੈਣਾ ਕੀਤਾ ਸੀ। ਕੀਨ ਇਸ਼ਨਾਨ ਸੁਰ ਸਰੀ ਤੀਰ। ਭਾਈ ਮਰਦਾਨਾ ਧਰੂ ਭਗਤ ਜੀ ਨੇ ਜੋ ਸੁਰ ਕਹੀਏ ਦੇਵਤਿਆਂ ਦੀ ਜਿਹੜੇ ਸਰੋਵਰ ਹੈ, ਦੇਵਤਿਆਂ ਦੀ ਨਦੀ ਹੈ ਗੰਗਾ, ਉਹਦੇ ਵਿੱਚ ਜਾ ਕੇ ਇਸ਼ਨਾਨ ਕੀਤਾ। ਬੈਠ ਗਇਓ ਪਨ ਗੁਣੀ ਗਹੀਰਾ। ਫਿਰ ਜੋ ਗੁਣਾ ਦਾ ਸਮੁੰਦਰ ਹੈ ਧਰੂ ਭਗਤ ਜੀ ਗੰਗਾ ਨਦੀ ਦੇ ਕਿਨਾਰੇ ਜਾ ਬੈਠੇ ਸਨ। ਜੋਗ ਸਮਾਧੀ ਕੀਨ ਪਰਬੀਨੇ। ਸਿਆਣੇ ਅੰਤਰਜਾਮੀ ਧਰੂ ਭਗਤ ਨੇ ਜਿਵੇਂ ਯੋਗ ਸਾਧਨਾ ਕਰੀ ਦੀ ਆ, ਯੋਗ ਸਾਧਨਾ ਰਾਹੀਂ ਸਮਾਧੀ ਲਾਉਣਾ ਕੀਤੀ ਇੱਕ ਰਸ। ਧਿਆਤਾ ਤੇ ਏਕ ਕਰ ਲੀਨੇ। ਜਿਹੜਾ ਧਿਆਤਾ ਹੈ, ਧਿਆਨ ਹੈ, ਧੇ ਹੈ। ਇਹ ਧਿਆਤਾ ਧਿਆਉਣ ਵਾਲਾ, ਧਿਆਨ ਜਿਸ ਧਿਆਨ ਦੇ ਦੁਆਰਾ ਮਨ ਦੀ ਬਿਰਤੀ ਦੁਆਰਾ ਤੇ ਧੇ ਜਿਸ ਵਿੱਚ ਲਾਉਣਾ ਹੈ, ਇਹ ਇੱਕ ਹੀ ਕਰ ਲਏ ਸਨ ਧਰੂ ਭਗਤ ਜੀ ਨੇ। ਜਿੱਥੇ ਇੱਕ ਕਰ ਲਈ ਹੈ ਉੱਥੇ ਤੇ ਆਤਮ ਸਰੂਪ ਬ੍ਰਹਮ ਸਰੂਪ ਹੈ। ਜਿੱਥੇ ਵਖਰੇਵਾਪਣ ਉੱਥੇ ਅਦਵੈਤਵਾਦ ਹੈ। ਉੱਥੇ ਕੀ ਹੈ? ਦਵੈਤ ਦੂਸਰਾ ਭਾਅ ਹੈ, ਦੂਜਾ ਭਾਅ ਹੈ। ਜਿੱਥੇ ਧਿਆਤਾ ਧਿਆਨ ਤੇ ਇਹ ਵੱਖਰੇ ਵੱਖਰੇ ਪ੍ਰਤੀਤ ਹੋਣ ਉਹਨੂੰ ਸਾ ਵਿਕਲਪ ਸਮਾਧੀ ਕਹਿੰਦੇ ਆ। ਜਿੱਥੇ ਧਿਆਤਾ ਧਿਆਨ ਤੇ ਇੱਕ ਹੀ ਜਾਣੀਏ ਵੀ ਇੱਕ ਹੀ ਹੈ। ਧਿਆਤਾ 'ਚ ਵੀ ਮੈਂ ਹਾਂ, ਧਿਆਨ 'ਚ ਵੀ ਮੈਂ ਹਾਂ, ਧੇ 'ਚ ਵੀ ਮੈਂ ਹਾਂ,
ਇੱਕ ਸਰੂਪ ਆਤਮ ਬ੍ਰਹਮ ਸਰੂਪ ਨੂੰ ਜਾਣੀਏ, ਉਹਨੂੰ ਕਹਿੰਦਾ ਨਿਰਵਿਕਲਪ ਸਮਾਧੀ। ਇਹ ਨਿਰਵਿਕਲਪ ਸਮਾਧੀ ਭਗਤ ਜੀ ਨੇ ਲਾਈ ਹੋਈ ਸੀ। ਧਿਆਤਾ ਧਿਆਨ ਤੇ ਇੱਕ ਹੀ ਕਰ ਲਏ ਸਨ। ਭਇਓ ਅਭਾਵ ਜਗਤ ਕੋ ਤਬਹੀ। ਉਸ ਵੇਲੇ ਅਸੀਂ ਸਮਾਧੀ ਕਰਕੇ ਸੰਸਾਰ ਦਾ ਅਭਾਵ ਹੋ ਗਿਆ, ਨਾਸ ਹੋ ਗਿਆ। ਮਨ ਸੰਕਲਪ ਫੁਰਿਓ ਨਹਿ ਕਬਹੀ। ਭਾਈ ਮਰਦਾਨਾ ਫਿਰ ਕਦੀ ਮਨ ਵਿੱਚ ਜਿਹੜਾ ਸੰਕਲਪ ਹੈ ਫੁਰਨਾ ਹੈ, ਉਹ ਫੁਰਿਆ ਹੀ ਨਹੀਂ ਸੀ ਭਗਤ ਜੀ ਦੇ। ਇਹ ਬਿਦ ਬੀਤ ਗਇਓ ਕੁਛ ਕਾਲੋ। ਇਸ ਤਰ੍ਹਾਂ ਸਮਾਧੀ ਵਿੱਚ ਲੀਨ ਹੋਇਆ ਜਦੋਂ ਕੁਝ ਸਮਾਂ ਬੀਤ ਗਿਆ। ਪ੍ਰੇਮ ਭਗਤ ਮਹਿ ਮਗਨ ਵਿਸਾਲੋ। ਭਗਤ ਧਰੂ ਜੀ ਪ੍ਰੇਮਾ ਭਗਤੀ ਵਿੱਚ ਤੇ ਮਸਤੀ ਬਹੁਤਾ ਰਹਿੰਦੇ ਸਨ। ਨਭ ਤੇ ਤਬ ਬਿਵਾਨ ਇੱਕ ਆਵਾ। ਇਹ ਸਮਾਧੀ ਵਿੱਚ ਬੈਠਿਆਂ ਦੇਖ ਕੇ ਆਕਾਸ਼ ਵਿੱਚੋਂ ਇੱਕ ਬੜਾ ਸੋਹਣਾ ਵਿਵਾਨ ਆਇਆ। ਚਾਹਾਂ ਦੇਸ਼ ਪਸਰਿਓ ਜਾਸ ਪ੍ਰਭਾਵਾ। ਜਿਸ ਵਿਮਾਨ ਦਾ ਚਾਰੇ ਤਰਫੀ ਬੜਾ ਤੇਜ ਪ੍ਰਭਾਵ ਪ੍ਰਤਾਪ ਪਸਰਿਆ ਫੈਲਿਆ ਹੋਇਆ ਸੀ। ਕਿੰਕਰ ਜਿਹ ਕੋ ਲੱਗੇ ਅਨੂਪਾ। ਜਿਸ ਵਿਮਾਨ ਨੂੰ ਪ੍ਰਭੂ ਭਗਵਾਨ ਦੇ ਜਿਹੜੇ ਕਿੰਕਰ ਦਾਸ ਹੈ ਅਨੂਪਮ ਸੁੰਦਰ ਲੱਗੇ ਹੋਏ ਸੀ। ਚਾਰ ਪੁਜਾ ਸੁਠ ਸ਼ਿਆਮ ਸਰੂਪਾ। ਜਿਨ੍ਹਾਂ ਦੀਆਂ ਚਾਰ ਬਾਹਾਂ, ਕਿਉਂਕਿ ਉਹਨਾਂ ਨੂੰ ਸਰੂਪ ਭਗਵਾਨ ਵਿਸ਼ਨੂੰ ਦਾ ਮਿਲਿਆ ਹੋਇਆ ਸੀ। ਚਾਰ ਬਾਹਾਂ ਸੋਹਣੀਆਂ, ਸ਼ਿਆਮ ਸਰੂਪ ਹੈ, ਸਾਂਵਲਾ ਜਿਹਾ ਬੱਦਲ ਰੰਗਾ। ਵੈ ਕਿਸ਼ੋਰ ਸਸ ਬਦਨ ਸੁਹਾਵਤ। ਜਿਨ੍ਹਾਂ ਦੀ ਉਮਰ ਕਿਸ਼ੋਰ ਅਵਸਥਾ ਵਾਲੀ ਹੈ, 11 ਸਾਲ ਤੋਂ ਲੈ ਕੇ 18 ਸਾਲ ਤੋਂ ਥੱਲੇ ਇਹਨੂੰ ਕਿਸ਼ੋਰ ਅਵਸਥਾ ਕਿਹਾ ਜਾਂਦਾ ਹੈ। ਬਾਅਦ ਵਿੱਚ ਜਵਾਨੀ ਆ ਜਾਂਦੀ 18 ਸਾਲ ਤੋਂ ਉੱਪਰ। ਇਹ ਕਿਸ਼ੋਰ ਅਵਸਥਾ ਵਾਲੇ ਸਨ, ਜਿਨ੍ਹਾਂ ਦੇ ਚੰਦਰਮਾ ਵਰਗੇ ਮੁਖ ਹੈ ਸੋਭਨੀਕ। ਕੁੰਡਲ ਮੁਕਟ ਹਾਰ ਸ਼ਬ ਪਾਵਤ। ਜਿਨ੍ਹਾਂ ਨੇ ਕੰਨਾਂ ਵਿੱਚ ਕੁੰਡਲ ਪਾਏ ਹੋਏ ਹੈ, ਸੀਸ ਉੱਪਰ ਮੁਕਟ ਹੈ, ਕੰਠ ਵਿੱਚ ਹਾਰ ਪਾਇਆ, ਬਹੁਤ ਛਵੀ ਪਾ ਰਿਹਾ, ਸੁੰਦਰਤਾ ਪਾ ਰਿਹਾ ਸੀ। ਨੰਦਾਦਿਕ ਪ੍ਰਭ ਕਿੰਕਰ ਜੇ। ਜਿਹੜੇ ਪ੍ਰਭੂ ਭਗਵਾਨ ਦੇ ਦਾਸ ਹੈ, ਕਿੰਕਰ ਹੈ, ਪਾਰਖਦ ਹੈ, ਉਹ ਨੰਦ ਆਦਿਕ, ਇਹ ਜਿਹੜੇ ਭਗਵਾਨ ਦੇ ਨੇੜੇ ਰਹਿੰਦੇ ਆ ਬਿਲਕੁਲ ਹਰ ਵਕਤ। ਉਂਝ ਤੇ ਜਿਹੜਾ ਨਾਭਾ ਭਾਈ ਜੀ ਹੋਏ, ਭਾਈ ਨਾਭਾ ਜੀ, ਉਹਨਾਂ ਨੇ ਭਗਤ ਮਾਲਾ ਵਿੱਚ ਕਾਫੀ ਨਾਮ ਲਿਖੇ ਹੈ। ਇਹ ਵਿਸ਼ਨੂੰ ਭਗਵਾਨ ਦੀ ਸਭਾ ਵਿੱਚ ਬੈਠਣ ਵਾਲੇ ਦਰਬਾਰੀ ਸਮਝ ਲਓ, ਜਾਂ ਵਿਸ਼ਨੂੰ ਭਗਵਾਨ ਦੇ ਦਰਬਾਰੀ ਹੈ, ਉੱਥੇ ਰਹਿੰਦੇ ਆ ਹਰ ਵਕਤ। ਅਤੇ ਲਿਖੇ ਕਾਫੀ ਹੈ ਭਗਤ ਮਾਲਾ ਵਿੱਚ। ਉਹਨਾਂ ਵਿੱਚੋਂ 8 ਮੁੱਖ ਮੰਨੇ ਆ ਜਿਹੜੇ ਵੀ ਜਦੋਂ ਵੀ ਉਹ ਕਿਸੇ ਭਗਤ ਨੂੰ ਲੈਣ ਆਉਂਦੇ ਆ ਤੇ ਭਗਵਾਨ ਆਪ ਲੈ ਕੇ ਆਉਂਦੇ ਆ ਭਗਵਾਨ ਦੇ ਆਗਿਆ ਨਾਲ। ਉਹ ਇਹਨਾਂ ਨੂੰ ਪਾਰਖਦ ਵੀ ਕਿਹਾ ਜਾਂਦਾ, ਦਰਬਾਰੀ ਵੀ, ਪਾਰਖਦ ਵੀ, ਕਿੰਕਰ ਵੀ, ਦਾਸ ਵੀ, ਕੁਝ ਕਹਿ ਲਓ ਜਾਂ ਗਣ ਕਹਿ ਲਓ ਭਗਵਾਨ ਦੇ। ਉਹਨਾਂ ਵਿੱਚੋਂ 8 ਮੁੱਖ ਹੈ। ਜੈ ਤੇ ਵਿਜੇ। ਇਹ ਜੈ ਤੇ ਵਿਜੇ ਉਹੀ ਹੈ ਜਿਨ੍ਹਾਂ ਨੇ ਸਨਕਾਦਿਕ ਆਦਿ, ਸਨਕ, ਸਨੰਦਨ, ਸਨਾਤਨ, ਸੰਤ ਕੁਮਾਰ ਚੌਵਾਂ ਭਰਾਵਾਂ ਨੂੰ ਰੋਕਿਆ ਸੀ ਭਗਵਾਨ ਦੇ ਬੈਕੁੰਠ ਧਾਮ ਵਿੱਚ ਜਾਣ ਤੋਂ, ਡੰਡਾ ਜਿਹਾ ਲਾ ਕੇ। ਅਤੇ ਫਿਰ ਉਹਨਾਂ ਨੇ ਸ਼ਰਾਪ ਦਿੱਤਾ ਸੀ ਵੀ ਤੁਸੀਂ ਤਾਂ ਦੈਂਤਾਂ ਵਾਲੀ ਬੁੱਧੀ ਧਾਰੀ ਹੋਈ ਹੈ, ਅਤੇ ਜਾ ਕੇ ਦੈਂਤ ਹੀ ਬਣੋ, 3 ਜਨਮ ਲਓ 3 ਯੁੱਗਾਂ ਵਿੱਚ ਹੀ। ਫਿਰ ਇਹਨਾਂ ਲਏ ਸੀ 3 ਜਨਮ ਲਏ 3 ਯੁੱਗਾਂ ਵਿੱਚ ਹੀ। ਇਹ ਜੈ ਤੇ ਵਿਜੇ ਨੇ। ਸਤਯੁਗ ਵਿੱਚ ਜੈ ਤੇ ਵਿਜੇ ਹਰਨਾਕਸ਼ ਤੇ ਹਿਰਨਕਸ਼ਪ ਬਣ ਕੇ ਆਏ। ਤ੍ਰੇਤੇ ਵਿੱਚ ਰਾਵਣ ਤੇ ਕੁੰਭਕਰਨ ਬਣ ਕੇ ਆਏ। ਦੁਆਪਰ ਦੇ ਵਿੱਚ ਇਹ ਸ਼ਿਸ਼ਪਾਲ ਤੇ ਦੰਤ 72 ਸ਼ਿਸ਼ਪਾਲ ਦੇ ਦੰਤ 72 ਇਹ ਦੁਆਪਰ ਵਿੱਚ ਆਏ ਸੀ, ਜਿਨ੍ਹਾਂ ਨੂੰ ਕ੍ਰਿਸ਼ਨ ਭਗਵਾਨ ਨੇ ਮਾਰਿਆ ਸੀ ਬਾਅਦ ਵਿੱਚ। ਇਵੇਂ ਉਹ ਜੋ ਜੈ ਤੇ ਵਿਜੇ ਨੂੰ ਸ਼ਰਾਪ ਦਾ ਬਚਨ ਕਿਹਾ ਸੀ ਸਨਕਾਦਿਕਾਂ ਹੋਣਾ ਨੇ, ਬ੍ਰਹਮਾ ਦੇ ਪੁੱਤਰਾਂ ਨੇ, ਉਹ ਬਚਨ ਪੂਰੇ ਹੋਏ ਅਤੇ ਫਿਰ ਇਹਨਾਂ ਨੇ 3 ਯੁੱਗਾਂ ਵਿੱਚ 3 ਜਨਮ ਧਾਰੇ ਸਨ। ਅਤੇ ਇਹ ਭਗਵਾਨ ਦੇ ਜਿਹੜੇ ਮੁੱਖ ਦਰਬਾਰੀ ਹੈ ਮੰਨੇ ਗਏ 8 ਜਾਣੇ, ਜੈ ਤੇ ਵਿਜੇ, ਅਤੇ ਇਸੇ ਤਰ੍ਹਾਂ ਬਾਲ ਸੁਬਾਲ,
ਨੰਦ ਸੁਨੰਦ ਭੱਦਰ ਤੇ ਸੁਭੱਦਰ, ਇਹ ਜਿਹੜੇ 8 ਗਣ ਹਨ ਪ੍ਰਭੂ ਦੇ। ਨੰਦਾਦਿਕ ਪ੍ਰਭ ਕਿੰਕਰ ਜੈ, ਜਿਹੜੇ ਪ੍ਰਭੂ ਦੇ ਦਾਸ ਇਹ ਦਰਬਾਰੀ ਪਾਰਖਦ ਨੰਦ ਆਦਿਕ ਨੰਦ ਸੁਨੰਦ ਭੱਦਰ ਸੁਭੱਦਰ ਜੈ ਵਿਜੇ ਬਲ ਤੇ ਸੁਬਲ। ਧਰੁਵ ਕੇ ਪਦ ਬੰਦਤ ਭੇਸੇ, ਉਹ ਆਉਂਦਿਆਂ ਹੀ ਇਹਨਾਂ ਨੇ ਧਰੁਵ ਭਗਤ ਦੇ ਜਿਹੜੇ ਚਰਨ ਹੈ ਉਹਨਾਂ ਤੇ ਨਮਸਕਾਰ ਕੀਤੀ ਸਭ ਨੇ। ਕਹਿਣ ਲੱਗੇ ਹੈ ਰਾਜਕੁਮਾਰਾ, ਕਹਿ ਲੱਗੇ ਵੀ ਹੇ ਰਾਜਕੁਮਾਰ ਭਗਤ ਧਰੂ ਜੀ, ਹਾਲ ਬੈਸ ਕੀ ਭਗਤ ਪਾਰਾ। ਆਪ ਨੇ ਬਾਲਕ ਉਮਰਾਂ ਵਿੱਚ ਹੀ 5 ਸਾਲ ਦੀ ਉਮਰ ਵਿੱਚ ਹੀ ਪਰਮੇਸ਼ਰ ਦੀ ਬੇਨਤੀ ਭਗਤੀ ਕੀਤੀ ਹੈ, ਕਠਨ ਤਪ। ਤੇਰੇ ਭਵਨ ਪਤ ਤੁਮ ਭਲੇ ਰਿਜਾਏ, ਭਗਤ ਜੀ ਤੁਸਾਂ ਨੇ ਤਿੰਨਾਂ ਲੋਕਾਂ ਦੇ ਮਾਲਕ ਭਗਵਾਨ ਚੰਗੀ ਤਰ੍ਹਾਂ ਜਿਹੜੇ ਰਜਾਏ ਐ ਪ੍ਰਸੰਨ ਕੀਤੇ ਆਪਣੇ ਉੱਪਰ। ਤਾਹੀ ਨਾ ਤੁਝ ਪਾਸ ਪਠਾਏ, ਉਹ ਤਿੰਨਾਂ ਲੋਕਾਂ ਦਾ ਜੋ ਮਾਲਕ ਭਗਵਾਨ ਹੈ ਉਸ ਨੇ ਤੁਹਾਡੇ ਪਾਸ ਸਾਨੂੰ ਭੇਜਿਆ ਹੈ। ਪ੍ਰਭ ਆਗਿਆ ਅਬ ਕਰਹੁ ਪਿਆਨਾ, ਜੋ ਪ੍ਰਭੂ ਦੀ ਆਗਿਆ ਵੀ ਲੈ ਕੇ ਆਓ ਭਗਤ ਜੀ, ਚਲੋ ਹੁਣ ਚੱਲਣਾ ਕਰੋ ਸਾਡੇ ਨਾਲ। ਨਿਰਮਲ ਮੁਖ ਭੋਗਹੁ, ਨਿਰਮਲ ਸੁਖ ਭੋਗਹੁ ਬਿਦ ਨਾਨਾ। ਨਾਨਾ ਤਰ੍ਹਾਂ ਦਾ ਜੋ ਉਜਲ ਸੁਖ ਹੈ ਉਸ ਨੂੰ ਭੋਗੋ ਜੀ। ਸਪਤ ਰਖੀ ਅਬਲਾਖਤ ਪਦ ਜਿਹਾ, ਹੇ ਭਗਤ ਜੀ ਜਿਸ ਪਦ ਨੂੰ ਉੱਚੇ ਅਹੁਦੇ ਨੂੰ ਇਹ ਜਿਹੜੇ 7 ਰਿਖੀ ਮੰਨੇ ਗਏ ਹੈ, 7 ਰਿਖੀ ਹੈ ਉਹ ਵੀ ਇਸ ਅਹੁਦੇ ਦੀ ਇੱਛਾ ਕਰਦੇ ਹੈ। ਉਹ 7 ਰਿਖੀ ਜਿਹੜੇ ਹੈ ਉਹ ਵੀ ਵੱਖੋ ਵੱਖਰੇ ਉਂਝ ਲਿਖੇ ਹੋਏ ਮਹਾਭਾਰਤ ਅਨੁਸਾਰ। ਤੇ 7 ਰਿਖੀ ਇਹ ਹੈ ਕਿ ਇੱਕ ਮਰੀਚ, ਅਤਰ, ਪੁਲ ਹੈ, ਪੁਲਸਤ ਹੈ, ਕਰਤ, ਅੰਗਰਾ ਤੇ ਵਸ਼ਿਸ਼ਟ। ਤੇ ਜਿਹੜਾ ਸਤਪਥ ਬ੍ਰਾਹਮਣ ਹੈ ਗ੍ਰੰਥ ਉਹਦੇ ਵਿੱਚ ਦੇ ਭਾਗਵਤ ਦੇ 8ਵੇਂ ਸਕੰਦ ਦੇ 13ਵੇਂ ਅਧਿਆਏ ਵਿੱਚ 7 ਰਿਖੀ ਇਹ ਲਿਖੇ ਹੋਏ ਵੀ ਕੱਛਪ, ਅਤਰ, ਵਸ਼ਿਸ਼ਟ, ਵਿਸ਼ਵਾਮਿੱਤਰ, ਗੌਤਮ, ਜਮਦਗਨ ਰਿਖੀ ਤੇ ਭਰਦਵਾਜ। ਇਹ 7 ਰਿਖੀ ਹੈ, ਇਹਨਾਂ ਦੀ ਪਤਨੀਆਂ ਵੀ ਹੈ ਦਿੱਤੀਆਂ ਹੋਈਆਂ। ਤੇ ਇਹ ਜਿਹੜੇ 7 ਰਿਖੀ ਏਡੇ ਮਹਾਨ ਹੈ ਤਪ ਵਾਲੇ, ਜਿਸ ਪਦ ਨੂੰ ਹੈ ਭਗਤ ਜੀ ਉਹ ਵੀ ਇੱਛਾ ਕਰਦੇ ਚਾਹੁੰਦੇ ਹਨ। ਜਤਨ ਕਰਤ ਪ੍ਰਾਪਤ ਹੋਇ ਨਹ ਤਿਹਾ, ਬੜੇ ਯਤਨ ਉਪਰਾਲੇ ਦੇ ਕਰਦੇ ਪਰ ਉਹਨਾਂ ਨੂੰ ਵੀ ਇਹ ਪਦ ਪ੍ਰਾਪਤ ਨਹੀਂ ਹੋਇਆ। ਭਾਨ ਇੰਦ ਗ੍ਰਹ ਆਦਿਕ ਸਾਰੇ, ਜਿਸ ਭਗਤ ਜੀ ਜਿਸ ਪਦ ਦੇ ਵਾਸਤੇ ਇੰਦ ਜਿਹੜਾ ਇੰਦ ਕਹੀਏ ਚੰਦਰਮਾ, ਸੂਰਜ ਹੈ, 9 ਗ੍ਰਹਿ, 27 ਨਛੱਤਰ, ਇੰਦਰ ਕੁਬੇਰ ਆਦਿਕ ਸਾਰੇ ਦੇਵਤੇ। ਕਰਹਿ ਪਰ ਦਛਨ ਨਿਤ ਹਿਤ ਧਾਰੇ, ਜਿਸ ਉਸ ਉੱਚੇ ਪਦ ਨੂੰ ਬੜਾ ਹਿਤ ਪ੍ਰੇਮ ਧਾਰ ਕੇ ਇਹ 9 ਗ੍ਰਹਿ, 27 ਨਛੱਤਰ, ਇੰਦਰ ਕੁਬੇਰ ਸਾਰੇ ਜਿਹੜੇ ਪ੍ਰਦਖਣਾ ਕਰਦੇ ਆ ਕਰਨਗੇ। ਤੋਰ ਪਿਤਮਾਦਿਕ ਤਪਕਾਰੀ, ਭਾਵੇਂ ਕਿ ਭਗਤ ਜੀ ਤੁਹਾਡੇ ਪਿਤਾਮਾਦਿਕ ਭਾਵ ਤੁਹਾਡੇ ਦਾਦਾ ਸ਼ੰਭੂ ਮਨ ਨੇ ਵੀ ਬੜਾ ਤਪ ਕੀਤਾ ਹੈ ਕਠਨ, ਕੋਈ ਨਾ ਪਹੁੰਚਿਓ ਤਹਾਂ ਅਗਾਰੀ। ਫਿਰ ਵੀ ਉਸ ਅਹੁਦੇ ਤੇ ਉਸ ਪਦ ਤੇ ਅੱਗੇ ਕੋਈ ਨਹੀਂ ਪਹੁੰਚਿਆ ਇਹਨਾਂ ਵਿੱਚੋਂ ਵੀ। ਇਸ ਬਿਮਾਨ ਪਰ ਚੜੋ ਤੁਰੰਤਾ, ਹੁਣ ਸਾਡੀ ਬੇਨਤੀ ਮੰਨੋ, ਇਸ ਭਗਵਾਨ ਉੱਪਰ ਆ ਬੜੀ ਛੇਤੀ ਨਾਲ ਚੜੋ ਜੀ। ਭੋਗਹੁ ਸੁਖ ਜੋ ਮਹਤ ਅਨੰਤਾ, ਜੋ ਮਹਿਤ ਕਹੀਏ ਮਹਾਨ ਬੇਅੰਤੀ ਸੁਖ ਉਸ ਨੂੰ ਭੋਗੋ। ਤਿਨ ਕੇ ਬਚਨ ਸੁਨੇ ਧਰੁਵ ਜਬ ਹੀ, ਹੇ ਭਾਈ ਮਰਦਾਨਾ ਉਹਨਾਂ ਆਨੰਦ ਆਦਿਕ ਜਿਹੜੇ 8 ਦਾਸ ਭਗਵਾਨ ਲੈ ਕੇ ਆਏ ਹੋਏ ਸੀ, ਜਦੋਂ ਇਹਨਾਂ ਦੇ ਬਚਨ ਸੁਣੇ ਧਰੂ ਭਗਤ ਨੇ ਸੁਰ ਸਰ ਮਹਿ ਇਸ਼ਨਾਨ ਕੀਏ ਤਬ ਹੀ, ਉਸੇ ਵੇਲੇ ਗੰਗਾ ਨਦੀ ਵਿੱਚ ਇਸ਼ਨਾਨ ਕੀਤਾ। ਸਰਬ ਰਖਨ ਕੋ ਬੰਧਨ ਕੀਨੀ, ਸਾਰੇ ਰਿਖੀਆਂ ਨੂੰ ਹੀ ਜਿਹੜੇ ਪਾਸ ਹੋਰ ਤਪ ਕਰਦੇ ਸੀ ਉਹਨਾਂ ਨੂੰ ਭਗਤ ਜੀ ਨੇ ਨਮਸਕਾਰ ਕੀਤੀ। ਹਰਖਤ ਹੈ ਸ਼ੁਭ ਆਸ਼ਖ ਲੀਨੀ, ਬੜਾ ਖੁਸ਼ ਹੋਏ ਰਿਖੀ ਤੇ ਆਪ ਵੀ ਭਗਤ ਜੀ ਬੜੇ ਖੁਸ਼ ਹੋਏ, ਖੁਸ਼ੀ ਨਾਲ
ਸਾਰੇ ਰਿਖੀਆਂ ਤੋਂ ਅਸੀਸਾਂ ਲੈਣੀਆਂ ਕੀਤੀਆਂ ਹਨ। ਪੁੰਨ ਬਿਮਾਨ ਪੂਜਾ ਭਲ ਭਾਂਤੀ। ਫਿਰ ਜੋ ਉਹ ਵਿਵਾਨ ਆਇਆ ਹੋਇਆ ਸੀ ਬੜਾ ਸੋਹਣਾ ਨੂੰ ਚੰਗੀ ਤਰ੍ਹਾਂ ਨਾਲ ਪੂਜਿਆ ਮਨਾਇਆ ਹੈ। ਦੀਨ ਪਰਦਛਨ ਦੀਨ ਸੁਹਾਤੀ। ਬੜੀ ਸੋਭਨੀ ਕਿ ਭਗਤ ਧਰੂ ਜੀ ਨੇ 3 ਪ੍ਰਦਖਣਾ ਦਿੱਤੀਆਂ ਉਸ ਭਗਵਾਨ ਨੂੰ। ਸਰਬ ਗਣਨ ਕੋ ਬੰਧਨ ਕਰਕੇ। ਉਹ ਜਿਹੜੇ ਸਾਰੇ ਗਣ ਹੈ ਭਗਵਾਨ ਦੇ ਦਾਸ ਕਿੰਕਰ ਪਾਰਖਦ ਆਨੰਦ ਸੁਨੰਦ ਭੱਦਰ ਸੁਭੱਦਰ ਜੈ ਵਿਜੇ ਬਲ ਸੁਬਲ ਉਹਨਾਂ ਨੂੰ ਨਮਸਕਾਰ ਕਰਕੇ ਚੜਿਓ ਬਿਮਾਨ ਹਰਖ ਔਰ ਭਰ ਕਾ। ਬੜੀ ਖੁਸ਼ੀ ਹਿਰਦੇ ਵਿੱਚ ਭਰ ਕੇ ਧਰੂ ਭਗਤ ਭਗਵਾਨ ਵਿੱਚ ਚੜਿਆ ਸੀ ਉਸ ਵੇਲੇ। ਦੇਵਨ ਬਾਦਿਤ ਸਰਬ ਬਜਾਏ। ਹੇ ਭਾਈ ਮਰਦਾਨਾ ਸਾਰੇ ਦੇਵਤਿਆਂ ਨੇ ਉਸ ਵੇਲੇ ਵਾਜੇ ਵਜਾਏ ਸੀ। ਪੁਸ਼ਪਾਂਜੁਲ ਬਹੁਤੇ ਬਰਖਾਏ। ਬੁੱਕਾਂ ਦੇ ਬੁੱਕ ਫੁੱਲਾਂ ਦੇ ਭਰ ਕੇ ਵਰਸਾਏ ਭਗਤ ਜੀ ਉੱਪਰ। ਜਾ ਜਾ ਧਨ ਚਹੁ ਔਰ ਉਚਾਰੇ। ਉਸ ਵੇਲੇ ਭਗਵਾਨ ਚੜ੍ਹਦਿਆਂ ਹੀ ਸਾਰੇ ਦੇਵਤਿਆਂ ਨੇ ਹਰ ਪਾਸੇ ਚਾਰੇ ਪਾਸੇ ਹੇ ਭਗਤ ਧਰੂ ਜੀ ਤੁਹਾਡੀ ਜੈ ਹੋਵੇ, ਤੁਹਾਡੀ ਫਤਿਹ ਹੋਵੇ, ਤੁਹਾਡੀ ਵਿਜੇ ਹੋਵੇ, ਇਹੀਓ ਧੁਨੀ ਉਚਾਰੀ ਹੈ। ਚੱਲਿਓ ਬਿਮਾਨ ਮਹਾ ਸੁਖਕਾਰੀ। ਉਹ ਜੋ ਮਹਾਨ ਹੀ ਸੁਖ ਕਰਨ ਵਾਲਾ ਬਿਮਾਨ ਹੈ ਉਹ ਆਕਾਸ਼ ਵੱਲ ਨੂੰ ਤਾਂ ਬੈਕੁੰਠ ਧਾਮ ਨੂੰ ਚੱਲਿਆ ਸੀ ਉਸ ਵੇਲੇ। ਸਭ ਹਿਨ ਤੇ ਉੱਚੇ ਅਸਥਾਨਾ। ਸਾਰਿਆਂ ਤੋਂ ਜੋ ਉੱਚਾ ਅਸਥਾਨ ਹੈ ਧਰੂ ਭਗਤ ਧਰੂ ਮੰਡਲ ਦਾ। ਪਹੁੰਚਿਓ ਚੱਲ ਕਰ ਰੁਚਿਰ ਬਿਮਾਨਾ। ਉਹ ਬਿਮਾਨ ਸੋਹਣਾ ਚੱਲ ਕਰਕੇ ਉੱਥੇ ਪਹੁੰਚਿਆ ਸੀ ਸਭ ਤੋਂ ਉੱਚੇ ਸਥਾਨ ਜਿੱਥੇ ਅੱਜ ਤੱਕ ਕੋਈ ਨਹੀਂ ਜਾ ਸਕਿਆ। ਸ੍ਰੀ ਅੰਗਦ ਸੁਣੀਏ ਗੁਣ ਖਾਨੇ। ਇਹ ਗੁਣਾਂ ਦੀ ਖਾਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਮੇਰੇ ਭਾਈ ਬਾਲਾ ਪਾਸੋਂ ਸੁਣੀਏ। ਸ੍ਰੀ ਗੁਰ ਭਾਖੀ ਸਰਬ ਕਹਾਣੀ। ਗੁਰੂ ਨਾਨਕ ਸਾਹਿਬ ਜੀ ਨੇ ਇਹ ਭਾਈ ਮਰਦਾਨਾ ਜੀ ਨੂੰ ਸਾਰੀ ਧਰੂ ਭਗਤ ਦੀ ਜਿਹੜੀ ਕਹਾਣੀ ਕਥਾ ਉਹ ਕਹੀ ਸੀ। ਸੁਨ ਮਰਦਾਨਾ ਕਹਿ ਚਿਤ ਚਾਹੇ। ਸੁਣ ਕਰਕੇ ਮਹਾਰਾਜ ਜੀ ਪਾਸੋਂ ਭਾਈ ਮਰਦਾਨਾ ਚਿੱਤ ਵਿੱਚ ਇੱਛਾ ਜੀ ਕਰਕੇ ਕਹਿਣ ਲੱਗਾ ਸ੍ਰੀ ਪ੍ਰਭ ਦਰਸ ਕਰਹਿ ਅਬ ਤਾਹੇ। ਮਹਾਰਾਜ ਕਥਾ ਤੇ ਸਾਰੀ ਸੁਣੀ ਲਈ ਹੈ, ਹੁਣ ਆਪਾਂ ਉੱਥੇ ਜਾ ਕੇ ਧਰੂ ਭਗਤ ਜੀ ਦਾ ਦਰਸ਼ਨ ਵੀ ਕਰੀਏ। ਜਹ ਕੋਰ ਚਰ ਚਰਤ ਤਮ ਭਾਖਾ। ਜਿਸ ਭਗਤ ਜੀ ਧਰੂ ਜੀ ਦਾ ਤੁਸਾਂ ਨੇ ਸੋਹਣਾ ਚਰਿੱਤਰ ਜੀਵਨ ਮੈਨੂੰ ਕਿਹਾ ਹੈ ਦੱਸਿਆ ਹੈ। ਤਿਹ ਕੇ ਦੇਖਨ ਕੀ ਅਬਿਲਾਖਾ। ਉਸ ਧਰੂ ਭਗਤ ਨੂੰ ਦੇਖਣ ਦੀ ਮੇਰੀ ਬੜੀ ਇੱਛਾ ਹੈ ਚਾਹਨਾ ਹੈ ਜੀ। ਸ੍ਰੀ ਗੁਰਪਨਾ ਸੁਨਹੁ ਮਰਦਾਨਾ। ਗੁਰੂ ਨਾਨਕ ਸਾਹਿਬ ਜੀ ਉਸ ਵੇਲੇ ਕਹਿਣ ਲੱਗੇ ਹੇ ਭਾਈ ਮਰਦਾਨਾ ਸੁਣੋ ਸਾਡਾ ਬਚਨ। ਚਲਹੁ ਦਿਖਾਵਾ ਤਿਹ ਸਥਾਨਾ। ਉਹ ਭਗਤ ਧਰੂ ਜੀ ਦਾ ਜਿਹੜਾ ਅਸਥਾਨ ਹੈ ਧਰੂਪੁਰੀ ਹੈ, ਚਲੋ ਸਾਡੇ ਨਾਲ ਵੀ ਦਿਖਾ ਦੇਨੇ ਆ ਤੁਹਾਨੂੰ। ਆਸ ਕਹਿ ਗਮਨ ਕਿਓ ਤਤਕਾਲਾ। ਹੇ ਗੁਰੂ ਅੰਗਦ ਦੇਵ ਸਾਹਿਬ ਜੀ ਭਾਈ ਬਾਲਾ ਜੀ ਕਹਿੰਦੇ ਮਹਾਰਾਜ ਇਸ ਤਰ੍ਹਾਂ ਕਹਿ ਕਰਕੇ ਮਹਾਰਾਜ ਜੀ ਨੇ ਬੜੀ ਛੇਤੀ ਚੱਲਣਾ ਕੀਤਾ। ਧਰੁਵ ਮੰਡਲ ਮਹਿ ਗਏ ਕਿਰਪਾਲਾ। ਗੁਰੂ ਨਾਨਕ ਸਾਹਿਬ ਜੀ ਜਿੱਥੇ ਧਰੂ ਭਗਤ ਦਾ ਮੰਡਲ ਹੈ ਅਸਥਾਨ ਹੈ ਧਰੂਪੁਰੀ ਹੈ ਉਸ ਵਿੱਚ ਚਲੇ ਗਏ। ਦੋਹਰਾ ਫਿਰਤ ਹੋ ਤੋ ਧਰੁਵ ਥਾਨ। ਜਦੋਂ ਭਾਈ ਬਾਲਾ ਜੀ ਕਹਿੰਦੇ ਅਸੀਂ ਗਏ ਆ ਤੇ ਧਰੂ ਭਗਤ ਜੀ ਥਾਨ ਨਿਜ ਆਪਣੇ ਅਸਥਾਨ ਤੇ ਧਰੂ ਭਗਤ ਜੀ ਇੱਧਰ ਉੱਧਰ ਵਿਚਰ ਰਹੇ ਸਨ, ਸੈਰ ਸਪਾਟਾ ਕਰ ਰਹੇ ਸੀ। ਦੇਖ ਹਮਾਰੀ ਔਰ। ਤੇ ਸਾਨੂੰ ਗਿਆਨ ਸਾਡੀ ਤਰਫ ਭਗਤ ਜੀ ਵੇਖ ਗਏ। ਔਰ ਵਿਚਾਰ ਤ੍ਰੈ ਨਰ ਇਹਾ। ਹਿਰਦੇ ਵਿੱਚ ਵਿਚਾਰਿਆ ਵੀ ਆ ਜਿਹੜੇ 3 ਮਨੁੱਖ ਇੱਥੇ ਕਿਵੇਂ ਆਏ ਐ। ਆਏ ਕਹਿ ਕੇ ਜੋਰ। ਵੀ ਜਿੱਥੇ ਅਸੀਂ ਆਏ ਹੋਇਆ ਇੱਥੇ ਤੇ ਕੋਈ ਮਨੁੱਖ ਸਰੀਰ ਦੇ ਸਮੇਤ ਆ ਹੀ ਨਹੀਂ ਸਕਦਾ, ਉਂਝ ਵੀ ਨਹੀਂ ਆ ਸਕਦਾ ਕਦੀ ਇਸ ਉੱਚੇ ਸਥਾਨ ਤੇ ਇਹ ਤੇ 3 ਜਾਣੇ ਸਰੀਰ ਸਮੇਤ ਹੀ ਆ ਗਏ ਆ ਵੀ ਇਹ ਕਿਸ ਜ਼ੋਰ ਨਾਲ ਆ ਪਹੁੰਚੇ ਇੱਥੇ। ਜੋ ਬਈ ਪਹੁੰਚੇ ਤਿਹ ਸਮੀਪ ਜਬ ਜਾਏ। ਇਹ ਗੁਰੂ ਅੰਗਦ ਦੇਵ ਸਾਹਿਬ ਜੀ ਜਦੋਂ ਮੈਂ
ਤੇ ਇਸੇ ਤਰ੍ਹਾਂ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਜੀ ਧਰੂ ਭਗਤ ਜੀ ਦੇ ਕੋਲ ਜਾ ਪਹੁੰਚੇ। ਸ੍ਰੀ ਕਰਤਾਰ ਕਰਤਾਰ ਅਲਾਏ। ਮੇਰੇ ਸਮੇਤ ਗੁਰੂ ਨਾਨਕ ਸਾਹਿਬ ਜੀ ਤੇ ਭਾਈ ਮਰਦਾਨਾ ਜੀ ਸੀ ਤਿੰਨਾਂ ਨੇ ਕਿਹਾ ਵੀ ਸਤ ਕਰਤਾਰ, ਧਨ ਕਰਤਾਰ, ਸੁਭਾਏ ਮਾਨ ਕਰਤਾਰ। ਬੂਝਤ ਧਰੁਵ ਕੌਣ ਤੁਮ ਆਏ। ਇਹ ਸੁਣ ਕੇ ਧਰੂ ਭਗਤ ਜੀ ਪੁੱਛਣ ਲੱਗੇ ਵੀ ਤੁਸੀਂ ਜੋ ਆਏ ਹੋਏ ਹੋ ਕੌਣ ਹੋ ਜੀ? ਭੂਚਰ ਖੇਚਰ ਕਿਨ ਪਹੁੰਚਾਏ। ਇਹ ਪ੍ਰਿਥਵੀ ਵਿੱਚ ਵਿਚਰਨ ਵਾਲੇ ਜਿਹੜੇ ਮਨੁੱਖ ਹੈ ਉਹਨਾਂ ਨੂੰ ਆਕਾਸ਼ ਵਿੱਚ ਫਿਰਨ ਵਾਲਿਆਂ ਵਿੱਚ ਕਿਸ ਨੇ ਪਹੁੰਚਾਇਆ ਹੈ? ਕੈਸੇ ਮਾਰਗ ਲੀਨ ਪਛਾਨਾ। ਹੇ ਮਹਾਰਾਜ ਤੁਸਾਂ ਨੇ ਕਿਸ ਤਰ੍ਹਾਂ ਇਹ ਜਿਹੜਾ ਮਾਰਗ ਰਸਤਾ ਜਾਣ ਪਛਾਣ ਲਿਆ ਹੈ? ਆਗਾ ਕਿਤ ਕੋ ਕੀਨ ਪਿਆਨਾ। ਅੱਗੇ ਕਿਸ ਤਰਫ ਨੂੰ ਤੁਸੀਂ ਜਿਹੜਾ ਹੈ ਚੱਲਣਾ ਕੀਤਾ ਹੈ, ਕਿੱਧਰ ਨੂੰ ਚੱਲੋਗੇ ਜੀ? ਖਮਾ ਪੰਥ ਵੱਡ ਕਿਉਂ ਕਰ ਆਏ। ਇਹ ਤੇ ਬੜਾ ਕਠਿਨ ਜਿਹੜਾ ਰਸਤਾ ਹੈ, ਤੁਸੀਂ ਕਿਵੇਂ ਕਰਕੇ ਆਏ ਹੋ ਜੀ? ਦੇਵ ਨਾ ਦਾਨਵ ਕਿਨਹੁ ਖਾਏ। ਰਸਤੇ ਵਿੱਚ ਦੇਵਤੇ ਆਉਂਦੇ ਐ, ਰੋਗ ਪਾਉਣ ਵਾਲੇ ਦੈਂਤ ਆਉਂਦੇ ਐ, ਤੁਹਾਨੂੰ ਕੀ ਦੇਵਤੇ ਦਾਨਵ ਕਿਸੇ ਨੇ ਨਹੀਂ ਖਾਧਾ, ਕਿਸੇ ਨੇ ਨਹੀਂ ਰੋਕਿਆ ਹੈ। ਪੂਰਬ ਭਈ ਨਾ ਕਬਹੁ ਐਸੇ। ਇਸ ਤਰ੍ਹਾਂ ਦੇ ਕਦੀ ਵੀ ਪਹਿਲਾਂ ਜਿਹੜੀ ਇਸ ਜਦੋਂ ਦੀ ਸ੍ਰਿਸ਼ਟੀ ਬਣੀ ਹੈ ਕਦੀ ਹੋਈ ਨਹੀਂ ਹੈ ਪਹਿਲਾਂ। ਦੇਹੇ ਸਹਤ ਆਏ ਅਬ ਜਾਸੇ। ਜਿਸ ਤਰ੍ਹਾਂ ਤੁਸੀਂ ਆ ਹੁਣੇ ਪੰਜ ਤੱਤਾਂ ਦੀ ਦੇਹ ਸਮੇਤ ਹੀ ਆਏ ਹੋ, ਇਸ ਤਰ੍ਹਾਂ ਦੇ ਅੱਜ ਤੱਕ ਪਹਿਲਾਂ ਕਦੀ ਵੀ ਨਹੀਂ ਹੋਇਆ ਜਦੋਂ ਦੀ ਸ੍ਰਿਸ਼ਟੀ ਬਣੀ ਹੋਈ ਹੈ। ਵੇਖਮ ਪਹਾੜ ਉਲੰਘੇ ਸਾਰੇ। ਵੇਖੋ ਵੀ ਸਾਰੇ ਜਿਹੜੇ ਪਹਾੜ ਹੈ ਬੜੇ ਕਠਿਨ ਸਖਤ, ਊਨਾ ਨਾਮ ਦਾ ਪਹਾੜ ਹੈ, ਸੁਮੇਰ ਪਰਬਤ ਹੈ, ਸਿਰਧਾਰ ਪਹਾੜ ਹੈ। ਇਹ ਕਿੰਨੇ ਪਹਾੜ ਜਿਹੜੇ ਤੁਸੀਂ ਆ ਬੜੇ ਸੌਖੇ ਲੰਘੇ ਹੋ। ਜਾਂ ਸੁਨ ਸ਼੍ਰੀ ਗੁਰ ਭਜਨ ਉਚਾਰੇ। ਇਉਂ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਹੇ। ਦੋਹਰਾ ਸਤਨਾਮ ਕਰਤਾ ਪੁਰਖ। ਹੇ ਧਰੂ ਭਗਤ ਜੀ ਜੋ ਸਤ ਚੇਤਨ ਆਨੰਦ ਹੈ ਪਰ ਪਰਮੇਸ਼ਰ ਸ੍ਰਿਸ਼ਟੀ ਦਾ ਕਰਤਾ ਅਕਾਲ ਪੁਰਖ ਹੈ। ਕੀਨ ਭਗਤ ਤਿਹ ਜੋਰ। ਉਸ ਸਤ ਚੇਤਨ ਆਨੰਦ ਸਰੂਪ ਕਰਤਾ ਪੁਰਖ ਪਰਮੇਸ਼ਰ ਦੀ ਅਸਾਂ ਨੇ ਭਗਤੀ ਕੀਤੀ ਹੈ, ਉਸੇ ਦੇ ਜੋਰ ਬਲ ਕਰਕੇ ਮਾਰਗ ਭਲੇ ਪਛਾਨ ਕਿਆ। ਇਹ ਜਿਹੜਾ ਵਾਹਿਗੁਰੂ ਦੇ ਘਰ ਦਾ ਚੰਗਾ ਰਸਤਾ ਹੈ ਸੱਚਖੰਡ ਦਾ, ਉਹ ਸੱਚਖੰਡ ਦੇ ਚੰਗੇ ਰਸਤੇ ਨੂੰ ਪਛਾਣ ਕੇ ਜਾਣ ਕੇ ਆਏ ਤੁਮਾਰੀ ਓਰ। ਭਗਤ ਜੀ ਤੁਹਾਡੀ ਤਰਫ ਵੀ ਆਏ ਹਾਂ ਤੇ ਉਸ ਸੱਚਖੰਡ ਦੀ ਤਰਫ ਵੀ ਆ ਗਏ ਹਾਂ। ਚੌਪਈ ਧਰਿਓ ਧਿਆਨ ਜਬ ਸ੍ਰੀ ਕਰਤਾਰਾ। ਧਰੂ ਭਗਤ ਜੀ ਜਦੋਂ ਉਸ ਮਾਲਕ ਕਰਤਾਰ ਪਰਮੇਸ਼ਰ ਦਾ ਅਸਾਂ ਨੇ ਧਿਆਨ ਧਰਿਆ ਹੈ, ਸਭ ਹੀ ਮਾਰਗ ਭਇਓ ਸੁਖਾਰਾ। ਉਸ ਵੇਲੇ ਦਾ ਹੀ ਸਾਰਾ ਜਿਹੜਾ ਮਾਰਗ ਹੈ ਨਾ ਉਹ ਸਾਰਾ ਹੀ ਸੌਖਾ ਹੀ ਹੋ ਗਿਆ, ਸੁਖ ਵਾਲਾ ਹੀ ਹੋਇਆ ਹੈ ਸਾਡਾ। ਨਿਰੰਕਾਰ ਕੇ ਦਰਸ਼ਨ ਆਏ। ਅਸੀਂ ਤੇ ਜੋ ਆਕਾਰ ਤੋਂ ਰਹਿਤ ਨਿਰੰਕਾਰ ਪਰਮੇਸ਼ਰ ਹੈ ਸੱਚਖੰਡ ਵਿੱਚ ਰਹਿੰਦਾ ਉਸ ਦੇ ਦਰਸ਼ਨਾਂ ਲਈ ਆਏ ਹਾਂ। ਦਾਨਵ ਦੇਵ ਚਰਨ ਕੋ ਲਾਏ। ਤੇ ਭਗਤ ਜੀ ਜਿਹੜੇ ਕਹਿੰਦੇ ਤੁਸੀਂ ਵੀ ਦਾਨਵਾਂ ਨੇ ਨਹੀਂ ਰੋਕਿਆ, ਦੇਵਤਿਆਂ ਨਹੀਂ ਰੋਕਿਆ, ਉਹ ਦੈਂਤਾਂ ਦੇਵਤਿਆਂ ਨੂੰ ਤੇ ਅਸੀਂ ਆਪਣੇ ਚਰਨਾਂ ਨਾਲ ਲਾ ਕੇ ਆਏ ਆ, ਉਹਨਾਂ ਨੇ ਤੇ ਮੱਥੇ ਟੇਕੇ ਐ ਸਾਨੂੰ। ਦਰਸ਼ਨ ਕੀ ਅਬਿਲਾਖ ਹਮਾਰਾ। ਸਾਡੇ ਤੇ ਹਿਰਦੇ ਵਿੱਚ ਤੁਹਾਡੇ ਦਰਸ਼ਨਾਂ ਦੀ, ਪਰਮੇਸ਼ਰ ਦੇ ਦਰਸ਼ਨਾਂ ਦੀ ਬੜੀ ਇੱਛਾ ਸੀ। ਭਰ ਦੀਜਾ ਜਿਉ ਬੇਗ ਨਿਹਾਰਾ। ਭਗਤ ਜੀ ਐਸਾ ਸਾਨੂੰ ਵਾਰ ਦਿਓ ਜਿਸ ਕਰਕੇ ਉਸ ਵਾਹਿਗੁਰੂ ਨੂੰ ਅਸੀਂ ਬੜਾ ਛੇਤੀ ਦੇਖ ਲਈਏ। ਇਹ ਗੁਰੂ ਸਾਹਿਬ ਜੀ ਦੀ ਨਿਮਰਤਾ ਹੈ ਭਾਈ। ਬਾਲ ਬੈਸ ਤੇ ਭਗਤ ਸਪੂਰਨਾ। ਕਿਉਂਕਿ ਭਗਤ ਜੀ ਤੁਸੀਂ ਬੜੇ ਮਹਾਨ ਹੋ, ਬਾਲਕ ਉਮਰਾਂ ਵਿੱਚ ਹੀ ਸਪੂਰਨ ਭਗਤੀ ਕੀਤੀ ਹੈ, ਪੂਰਨ ਭਗਤ ਹੋ ਤੁਸੀਂ। ਮਹਿਮਾ ਅਧਿਕ ਤੋਰ ਗੁਣ ਰੂਰਨਾ। ਤੁਹਾਡੇ ਗੁਣ ਬੜੇ ਸੋਹਣੇ ਹੈ ਤੇ ਤੁਹਾਡੇ
ਭਗਤ ਜੀ ਮਹਿਮਾ ਵੀ ਬਹੁਤ ਹੀ ਜ਼ਿਆਦੀ ਹੈ ਭਗਤੀ ਪ੍ਰਤਾਪ ਕਰਕੇ। ਜਾਨਹੁ ਨਾਨਕ ਨਾਮ ਹਮਾਰਾ। ਬਾਕੀ ਤੁਸਾਂ ਨੇ ਪੁੱਛਿਆ ਵੀ ਅਸੀਂ ਕੌਣ ਆ, ਤੇ ਹੇ ਭਗਤ ਜੀ ਸਾਡਾ ਨਾਮ ਨਾਨਕ ਜਾਣ ਲਓ। ਦਰਸ਼ਨ ਭਗਤਨ ਕੋ ਸੁਖ ਸਾਰਾ। ਅਸੀਂ ਤੇ ਭਗਤਾਂ ਦਾ ਹੀ ਦਰਸ਼ਨ ਕਰਦੇ ਆ, ਜੋ ਭਗਤਾਂ ਦਾ ਦਰਸ਼ਨ ਬੜਾ ਹੀ ਸਾਰੇ ਸੁਖ ਦੇਣ ਵਾਲਾ ਹੈ। ਧਰੁਵ ਨ ਸੁਨਿਓ ਨਾਮ ਅਸ ਜਬਹਿ। ਜਦੋਂ ਹੀ ਆ ਧਰੂ ਭਗਤ ਜੀ ਨੇ ਐਸਾ ਨਾਮ ਸੁਣਿਆ ਵੀ ਕਿ ਗੁਰੂ ਨਾਨਕ ਸਾਹਿਬ ਜੀ ਹਨ ਇਹ, ਨਮੋ ਕੀਨ ਕਰ ਜੋਰੇ ਤਬਹਿ। ਉਸੇ ਵੇਲੇ ਭਗਤ ਜੀ ਨੇ ਹੱਥ ਜੋੜੇ ਐ ਤੇ ਨਮਸਕਾਰ ਕੀਤੀ ਹੈ ਮਹਾਰਾਜ ਨੂੰ। ਕਹਿਣ ਲੱਗਿਓ ਪੂਰਬ ਸੁਧ ਪਾਈ। ਕਹਿਣ ਲੱਗਾ ਭਗਤ ਧਰੂ ਜੀ ਮਹਾਰਾਜ ਮੈਂ ਤੇ ਪਹਿਲਾਂ ਹੀ ਇਹ ਖਬਰ ਪਾਈ ਹੋਈ ਸੀ। ਧਰਾਵਤਾਰ ਧਰਾ ਅਵਤਾਰ ਧਰਾ ਅਵਤਾਰ ਪ੍ਰਭੂ ਧਰ ਜਾਏ। ਕਿ ਪ੍ਰਭੂ ਪਰਮੇਸ਼ਰ ਨੇ ਗੁਰੂ ਨਾਨਕ ਸਾਹਿਬ ਜੀ ਦਾ ਸਰੂਪ ਧਾਰ ਕੇ ਤੇ ਧਰਤੀ ਉੱਪਰ ਅਵਤਾਰ ਜਾ ਧਾਰਿਆ ਹੈ। ਇਹ ਤੇ ਮਹਾਰਾਜ ਮੈਂ ਪਹਿਲੇ ਖਬਰ ਪਾਈ ਹੋਈ ਸੀ। ਉਹ ਕਿਵੇਂ ਕਿ ਜਿਵੇਂ ਆ ਕਿਸੇ ਜਾਣਾ ਹੋਵੇ ਨਾ ਮੰਤਰੀ ਨੇ ਕਿਸੇ ਇੱਕ ਥਾਂ ਤੋਂ ਦੂਜੇ ਇਲਾਕੇ ਵਿੱਚ, ਤੇ ਜਿਹੜੇ ਕੋਈ ਨੇੜਤਾਈ ਵਾਲੇ ਬਹੁਤੇ ਹੈ ਉਹਨਾਂ ਨੂੰ ਆਪੋ ਆਪਣੇ ਇਲਾਕਿਆਂ 'ਚ ਪਤਾ ਹੁੰਦਾ ਵੀ ਐਂਦੀ ਲੰਘਣਾ ਸਾਡੇ ਮੰਤਰੀ ਨੇ, ਤੇ ਜਿਹੜੇ ਕੋਈ ਲੋਕ ਹੈ ਸਾਡੇ ਵਰਗੇ ਉਹਨਾਂ ਨੂੰ ਬਾਅਦ ਵਿੱਚ ਪਤਾ ਲੱਗਦਾ ਖਬਰਾਂ ਰਾਹੀਂ ਅਖਬਾਰਾਂ ਰਾਹੀਂ। ਤੇ ਪਰ ਜਿਹੜੇ ਕੋਈ ਲੀਡਰ ਹੈ ਉਹ ਨਾਲ ਸੰਬੰਧ ਰੱਖਣ ਵਾਲੇ ਉਹਨਾਂ ਨੂੰ ਸਾਰਾ ਹੀ ਪਤਾ ਹੁੰਦਾ ਵੀ ਕਦੋਂ ਆਉਣਾ ਕਦੋਂ ਲੰਘਣਾ। ਇਸੇ ਤਰ੍ਹਾਂ ਜੋ ਵਾਹਿਗੁਰੂ ਪਰਮੇਸ਼ਰ ਹੈ ਉਹਦੇ ਭਗਤਾਂ ਨੂੰ ਸਾਰਾ ਹੀ ਪਤਾ ਹੁੰਦਾ ਵੀ ਪਰਮੇਸ਼ਰ ਨੇ ਕਦੋਂ ਆਉਣਾ ਹੈ, ਕਿੱਥੇ ਵਿਚਰਨਾ ਹੈ, ਕੀ ਕਾਰਜ ਕਰਨਾ ਹੈ, ਕਦੋਂ ਕਰਨਾ ਹੈ। ਭਗਤਾਂ ਨੂੰ ਸਾਰਾ ਹੀ ਪਤਾ ਹੁੰਦਾ ਹੈ। ਜਿਸ ਕਰਕੇ ਧਰੂ ਭਗਤ ਜੀ ਕਹਿ ਰਹੇ ਮਹਾਰਾਜ ਮੈਂ ਤੇ ਤੁਹਾਡੇ ਆਉਣ ਦੀ ਪਹਿਲਾਂ ਹੀ ਖਬਰ ਸਾਰ ਪਾਈ ਹੋਈ ਸੀ ਕਿ ਪ੍ਰਭੂ ਪਰਮੇਸ਼ਰ ਨੇ ਗੁਰੂ ਨਾਨਕ ਸਾਹਿਬ ਜੀ ਦਾ ਸਰੂਪ ਧਰਤੀ ਉੱਪਰ ਜਾ ਧਾਰਨ ਕੀਤਾ ਹੈ, ਅਵਤਾਰ ਧਾਰ ਲਿਆ ਹੈ। ਆਨ ਨਿਕਟ ਮੁਝ ਦਰਸ਼ਨ ਦੀਨੰ। ਤੁਸਾਂ ਨੇ ਤੇ ਬਹੁਤ ਕਿਰਪਾ ਕੀਤੀ ਹੈ ਮਹਾਰਾਜ, ਮੈਨੂੰ ਮੇਰੀ ਪੁਰੀ ਵਿੱਚ ਆਣ ਕੇ ਦਰਸ਼ਨ ਦੇਣਾ ਕੀਤਾ ਹੈ। ਲੋਚਨ ਗੋਚਰ ਸਫਲੀ ਕੀਨੰ। ਮੇਰੇ ਨੇਤਰਾਂ ਦੇ ਸਾਹਮਣੇ ਹੋ ਕੇ ਮਹਾਰਾਜ ਤੁਸਾਂ ਨੇ ਤੇ ਮੇਰੇ ਨੇਤਰਾਂ ਦੀ ਦ੍ਰਿਸ਼ਟੀ ਅੱਜ ਸਫਲ ਕਰ ਦਿੱਤੀ ਹੈ। ਸ੍ਰੀ ਅੰਗਦ ਜੀ ਸੋਨ ਸੁਖ ਰਾਸੋ। ਗੁਰੂ ਅੰਗਦ ਦੇਵ ਮਹਾਰਾਜ ਜੀ ਸੁੱਖਾਂ ਦੀ ਰਾਸ ਗੁਰੂ ਅੰਗਦ ਦੇਵ ਸਾਹਿਬ ਜੀ ਸੁਣੋ। ਯਾ ਹਰਖਤ ਕੀ ਬਚਨ ਵਿਲਾਸੋ। ਜਿਵੇਂ ਵੀ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਸੁੱਖਾਂ ਦੀ ਰਾਸ ਗੁਰੂ ਨਾਨਕ ਸਾਹਿਬ ਜੀ ਭਗਤ ਜੀ ਪਾਸੋਂ ਇਸ ਤਰ੍ਹਾਂ ਸੁਣ ਕਰਕੇ ਕਿਤਕ ਕਾਲ ਬੈਠੇ ਯੋਂ ਹਰਖਤ ਕੀ ਬਚਨ ਬਿਲਾਸੋ। ਇਉਂ ਖੁਸ਼ ਆਪੋ ਵਿੱਚ ਹੀ ਹੁੰਦਿਆਂ ਭਗਤ ਜੀ ਨੇ ਤੇ ਮਹਾਰਾਜ ਜੀ ਨੇ ਬਚਨ ਬਿਲਾਸ ਕੀਤੇ। ਕਿਤਕ ਕਾਲ ਬੈਠੇ ਜਗ ਸੁਆਮੀ। ਜਗਤ ਦੇ ਜੋ ਸੁਆਮੀ ਹੈ ਮਾਲਕ ਗੁਰੂ ਨਾਨਕ ਸਾਹਿਬ ਜੀ ਕੁਝ ਕੁ ਸਮਾਂ ਭਗਤ ਧਰੂ ਜੀ ਪਾਸ ਬੈਠੇ। ਤਿਹ ਪਦ ਕਵੀ ਨਮਾਮ ਨਮਾਮੇ। ਐਸੇ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੋ ਬੜੇ ਮਹਾਨ ਹੈ, ਐਸੇ ਧਰੂ ਭਗਤ ਜੀ ਬੜੇ ਜੋ ਮਹਾਨ ਹੈ। ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਹੈ ਮੈਂ ਭਗਤ ਜੀ ਦੇ ਤੇ ਮਹਾਰਾਜ ਜੀ ਦੇ ਚਰਨਾਂ ਉੱਪਰ ਨਮਸਕਾਰ ਕਰਦਾ ਹਾਂ, ਨਮਸਕਾਰ ਕਰਦਾ ਹਾਂ। ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਮੈਂ ਨਮਸਕਾਰ ਕਰਦਾ ਹਾਂ, ਨਮਸਕਾਰ ਕਰਦਾ ਹਾਂ। ਮੇਰੀ ਕਵੀ ਦੀ ਗੁਰੂ ਜੀ ਨੂੰ ਤੇ ਭਗਤ ਜੀ ਨੂੰ ਨਮਸਕਾਰ ਹੈ, ਨਮਸਕਾਰ ਹੈ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਬੂਰਵਾਰ ਦੇ ਧਰੋ ਪ੍ਰਸੰਗ ਵਰਣਨ ਨਾਮ 72ਵਾਂ ਅਧਿਆਏ। ਇੱਥੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਪਹਿਲੇ ਅਧਿਆਏ ਹਿੱਸੇ ਦੇ 72 ਜਿਹੜੇ ਅਧਿਆਏ ਸਮਾਪਤ ਹੋ ਗਏ ਹੈ, ਜਿਨ੍ਹਾਂ ਵਿੱਚ ਭਗਤ ਧਰੂ ਜੀ ਦਾ ਜਿਹੜਾ ਪ੍ਰਸੰਗ ਆਇਆ ਸੀ, ਜਿਸ ਨੂੰ ਆਪਾਂ ਬੜੇ ਵਿਸਥਾਰ ਨਾਲ ਸਰਵਣ ਕੀਤਾ ਹੈ। ਧਰੂ ਭਗਤ ਜੀ ਤੋਂ ਬਾਅਦ ਜਿਵੇਂ ਗੁਰੂ ਨਾਨਕ ਸਾਹਿਬ ਜੀ ਇੱਥੋਂ ਚੱਲ ਕੇ ਸੱਚਖੰਡ ਵਸੈ ਨਿਰੰਕਾਰ ਉਸ ਵਾਹਿਗੁਰੂ ਦੇ ਦਰਸ਼ਨ ਕਰਨ ਲਈ, ਆਪਣੇ ਸਵੈ ਸਰੂਪ ਦੇ ਦਰਸ਼ਨ ਕਰਨ ਲਈ ਸੱਚਖੰਡ ਵਿੱਚ ਚਲੇ ਗਏ।
ਉਹ ਕਵੀ ਸਾਹਿਬ ਜੀ ਨੇ ਬੜੇ ਸੋਹਣੇ ਢੰਗ ਨਾਲ ਉਹ ਪ੍ਰਸੰਗ ਲਿਖਿਆ ਹੋਇਆ ਹੈ, ਉਹ ਆਪਾਂ ਕੱਲ੍ਹ ਦੀ ਦੀਵਾਨਾਂ ਵਿੱਚ ਸਰਵਣ ਕਰਾਂਗੇ। ਧਰੂ ਭਗਤ ਜੀ ਜਿਨ੍ਹਾਂ ਨੇ ਭਗਤੀ ਕੀਤੀ, ਜਿਨ੍ਹਾਂ ਦਾ ਪ੍ਰਮਾਣ ਗੁਰਬਾਣੀ ਵਿੱਚ ਹੈ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਇਸ ਤਰ੍ਹਾਂ ਭਗਤ ਧਰੂ ਜੀ ਦਾ ਪ੍ਰਸੰਗ ਆਪਾਂ ਸਰਵਣ ਕੀਤਾ ਹੈ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਨਾਰ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ। ਸ੍ਰੀ ਅੰਗਦ ਜੀ ਸੁਨ ਸੁਖ ਰਾਸੋ, ਯਾ ਹਰਖਤ ਕੀਆ ਬਚਨ ਬਿਲਾਸੋ। ਕਿਤਕ ਕਾਲ ਬੈਠੇ ਜਗ ਸੁਆਮੀ, ਤਿਹ ਪਦ ਕਵੀ ਨਮਾਮ ਨਮਾਮੇ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੁਰ ਬਾਰ ਦੇ, ਧਰੁਵ ਪ੍ਰਸੰਗ ਵਰਣਨ ਨਾਮ 72ਵਾਂ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।